हाँ जी प्यारे साथियों, सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਤੇ ਮੈਂ ਇੱਕ ਵਾਰੀ ਦੱਸਦਾ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਕਿ ਬਹੁਤ ਸਾਰੇ ਬੱਚੇ ਨਾ ਉਹਨਾਂ ਨੂੰ ਟੈਲੀਗ੍ਰਾਮ ਲਿੰਕ ਦਾ ਪਤਾ ਨਹੀਂ ਲੱਗ ਰਿਹਾ। ਜਦੋਂ ਤੁਸੀਂ ਮੇਰੀ ਕਿਸੇ ਵੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾਓਗੇ ਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਮਤਲਬ ਆਪਣਾ ਟੈਲੀਗ੍ਰਾਮ ਦਾ ਲਿੰਕ ਵੀ ਦਿੱਤਾ ਹੁੰਦਾ ਵਾ ਤੇ ਉੱਥੇ ਹੁਣ ਤੱਕ ਦੀਆਂ ਸਾਰੀਆਂ ਹੀ ਪਲੇਲਿਸਟ ਜਿਹੜੀਆਂ ਅਪ ਟੂ ਡੇਟ ਕਰਕੇ ਜਿਹੜੀਆਂ ਵਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀਆਂ ਉਹ ਦਿੱਤੀਆਂ ਹੁੰਦੀਆਂ ਵਾ। ਜੇਕਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਡਿਸਕ੍ਰਿਪਸ਼ਨ ਜਿਹੜਾ ਚੈੱਕ ਕਰੋ ਚੰਗੀ ਤਰ੍ਹਾਂ, ਉੱਥੇ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਪਲੱਸ ਤੁਹਾਨੂੰ ਜਿੰਨੀਆਂ ਵੀ ਹੁਣ ਤੱਕ ਮੈਂ ਵੀਡੀਓ ਅਪਲੋਡ ਕੀਤੀਆਂ ਸਾਰੀਆਂ ਪਲੇਲਿਸਟ ਵਾਈਜ਼ ਤੁਹਾਨੂੰ ਮਿਲ ਜਾਣਗੀਆਂ, ਠੀਕ ਆ। ਤੇ ਮੈਂ ਇੱਕ ਵਾਰੀ ਦੱਸ ਦੇਵਾਂ ਕਿ ਆਪਾਂ ਜਿਹੜੇ ਆ 3 ਚੈਪਟਰ ਕਵਰ ਕਰ ਚੁੱਕੇ ਆ, ਠੀਕ ਆ। ਆਪਾਂ ਕੀ ਕਰਦੇ ਪਏ ਆ, 7ਵੀਂ ਕਲਾਸ ਦੀ ਹਿਸਟਰੀ ਕਰਦੇ ਪਏ ਆ। ਕਿੱਥੋਂ ਕਰਦੇ ਪਏ ਆ? ਆਪਾਂ ਕਰਦੇ ਪਏ ਆ NCERT ਤੋਂ, NCERT ਤੋਂ, ਠੀਕ ਆ। ਇਹ ਆ ਮੇਰੇ ਕੋਲ 7ਵੀਂ ਕਲਾਸ ਦੀ NCERT, ਠੀਕ ਆ। ਤੇ ਮੈਂ ਜਿਹੜਾ ਵਾ ਪੰਜਾਬੀ ਚ ਟਰਾਂਸਲੇਟ ਕਰਕੇ ਕੱਲਾ ਬੁੱਕ ਦੇ ਵਿੱਚ ਦਿੱਤਾ ਹੋਇਆ ਸ਼ਬਦ ਇੱਕ ਇੱਕ ਲਾਈਨ ਨੂੰ ਜਿਹੜਾ ਵਾ ਪੰਜਾਬੀ ਵਿੱਚ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਠੀਕ ਆ। ਤੇ ਦਿੱਲੀ ਸਲਤਨਤ ਜਿਹੜਾ ਹੀ ਆਪਾਂ ਪੂਰੀ ਤਰ੍ਹਾਂ ਕਰ ਚੁੱਕੇ ਸੀ, ਉਹੀ ਪੁਆਇੰਟ ਆਪਾਂ ਦਿੱਲੀ ਸਲਤਨਤ ਦੇ ਕੀਤੇ ਸੀ ਜਿਹੜੇ ਕਿ ਉਹਨਾਂ ਨੇ ਚੈਪਟਰ ਦੇ ਵਿੱਚ ਦਿੱਤੇ ਆ, ਠੀਕ ਆ। ਤੇ ਹੁਣ ਜਿਹੜੇ ਬੱਚੇ ਟੈਲੀਗ੍ਰਾਮ ਤੇ ਨਹੀਂ ਜੁੜੇ ਉਹਨਾਂ ਨੂੰ ਮੈਂ ਇੱਕ ਵਾਰੀ ਦੱਸ ਦੇਵਾਂ ਕਿ ਮੈਂ ਟੈਲੀਗ੍ਰਾਮ ਤੇ ਬਣਦੇ MCQ ਜਿਹੜੇ ਆ ਭੇਜ ਦਿੰਦੀ ਹੁੰਦੀ ਆ ਚੈਪਟਰ ਦੇ ਅਕੋਰਡਿੰਗ, ਠੀਕ ਆ। ਤੇ ਹੁਣ ਮਤਲਬ ਜਿਵੇਂ ਆਪਾਂ ਹੁਣ ਦਿੱਲੀ ਸਲਤਨਤ ਕਰ ਲਿਆ ਵਾ, ਠੀਕ ਆ। ਦਿੱਲੀ ਸਲਤਨਤ ਹੋ ਗਿਆ ਤੇ ਮੁਗਲ ਕਾਲ ਕੰਪਲੀਟ ਕਰਕੇ ਇਸ ਤੋਂ ਪਹਿਲਾਂ ਜਿਹੜੇ 2 ਚੈਪਟਰ ਕੀਤੇ ਆ ਉਹਨਾਂ ਦੇ MCQ ਮੈਂ ਆਲਰੇਡੀ ਭੇਜ ਚੁੱਕੀ ਆ। ਹੁਣ ਆਪਣਾ ਚੈਪਟਰ ਤੀਜਾ ਹੋ ਗਿਆ ਤੇ ਪਲੱਸ ਚੌਥਾ ਹੋ ਗਿਆ। ਤੀਜਾ ਚੌਥਾ ਚੈਪਟਰ ਆਪਣਾ ਕਿਹੜਾ ਬਣਦਾ ਵਾ? ਇੱਕ ਤਾਂ ਆਪਣਾ ਬਣਦਾ ਵਾ ਦਿੱਲੀ ਸਲਤਨਤ ਤੇ ਚੌਥਾ ਆਪਣਾ ਐਡ ਹੋ ਗਿਆ ਮੁਗਲ ਕਾਲ, ਠੀਕ ਆ। ਇਹਨਾਂ ਦੋਹਾਂ ਦੇ ਇਕੱਠੇ ਹੀ MCQ ਜਿਹੜੇ ਆ ਮੈਂ ਟੈਲੀਗ੍ਰਾਮ ਤੇ ਭੇਜ ਦੇਣੇ ਆ, ਕਿਉਂਕਿ ਥਿਊਰੀ ਪੜ੍ਹ ਕੇ ਥਿਊਰੀ ਨੂੰ ਸਮਝ ਕੇ ਜਦ ਤੱਕ ਤੁਸੀਂ MCQ ਨਹੀਂ ਲਾਉਂਦੇ, MCQ ਨਹੀਂ ਅਸੀਂ ਪ੍ਰੈਕਟਿਸ ਕਰਦੇ, ਤਦ ਤੱਕ ਸਾਡੀ ਵਧੀਆ ਤਿਆਰੀ ਨਹੀਂ ਹੋ ਸਕਦੀ। ਸੋ ਜਿਨ੍ਹਾਂ ਬੱਚਿਆਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਜੁਆਇਨ ਕਰ ਲਓ। ਜੇ ਵੈਸੇ ਵੀ ਉੱਦਾਂ ਵੀ ਸਰਚ ਕਰੋਗੇ ਤੁਹਾਨੂੰ ਮਿਲ ਜਾਏਗਾ, ਕਿਉਂਕਿ ਉਹਦੇ ਤੇ ਜੇ ਜ਼ਿਆਦਾ ਸਟੂਡੈਂਟ ਨਹੀਂ ਜੁੜਦੇ, ਬਾਏ ਸਰਚ ਸ਼ਾਇਦ ਤੁਹਾਨੂੰ ਔਖਾ ਮਿਲੇ। ਵੈਸੇ ਤੁਸੀਂ ਸਰਚ ਕਰ ਸਕਦੇ ਹੋ ਸਰਬ ਸੋਸ਼ਲ ਸਟੱਡੀਜ਼। ਜਦੋਂ ਤੁਸੀਂ ਸਰਚ ਕਰੋਗੇ ਕੈਪੀਟਲ ਲੈਟਰ ਦੇ ਵਿੱਚ ਤੇ ਤੁਹਾਨੂੰ ਮੇਰਾ ਟੈਲੀਗ੍ਰਾਮ ਦਾ ਲਿੰਕ ਜਿਹੜਾ ਮਿਲ ਜੂਗਾ। ਤੇ ਚਲੋ ਹੁਣ ਆਪਾਂ ਆਉਨੇ ਆ ਆਪਣੇ ਚੈਪਟਰ ਤੇ। ਆਪਣਾ ਚੈਪਟਰ ਹੈਗਾ ਵਾ ਮੁਗਲ ਕਾਲ, ਠੀਕ ਆ। ਮੁਗਲ ਕਾਲ ਦੇ ਬਾਰੇ ਆਪਣਾ ਚੈਪਟਰ ਆ, ਠੀਕ ਆ। 16ਵੀਂ ਸਦੀ ਤੇ 17ਵੀਂ ਸਦੀ ਦੇ ਜਿਹੜੀ ਇਹ ਸਦੀ 16ਵੀਂ ਤੇ 17ਵੀਂ ਸਦੀ ਇਹ ਮੁਗਲ ਕਾਲ ਦੀ ਸਦੀ ਆ, ਠੀਕ ਆ। ਅੱਜ ਤੱਕ ਅਸੀਂ ਦਿੱਲੀ ਸਲਤਨਤ ਵੀ ਪੜ੍ਹਦੇ ਆਏ ਆ, ਠੀਕ ਆ। ਜੇਕਰ ਅਸੀਂ PSTET ਦੀ ਗੱਲ ਕਰੀਏ ਹਨਾ ਤੇ ਅਸੀਂ ਦਿੱਲੀ ਸਲਤਨਤ ਵੀ ਪੜ੍ਹਿਆ, ਮੁਗਲ ਕਾਲ ਵੀ ਪੜ੍ਹਿਆ। ਹੁਣ ਜਿਵੇਂ ਮੈਂ ਦਿੱਲੀ ਸਲਤਨਤ ਪੜ੍ਹਾਇਆ NCERT ਤੋਂ, ਤਾਂ ਉਹਦੇ ਵਿੱਚ ਸਾਨੂੰ ਬਹੁਤ ਹੀ ਇੱਕ ਵੱਖਰੀਆਂ ਜਿਹੀਆਂ ਗੱਲਾਂ ਪਤਾ ਲੱਗੀਆਂ NCERT ਤੋਂ। ਤੇ ਠੀਕ ਇਸੇ ਤਰ੍ਹਾਂ ਹੀ ਮੁਗਲ ਕਾਲ ਐਡੇ ਇੱਕ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਡਿਫਾਈਨ ਕੀਤਾ ਵਾ ਵੀ ਇਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਪੜ੍ਹਿਆ ਹੀ ਨਹੀਂ ਆ, ਠੀਕ ਆ। ਐਂਡ ਤੱਕ ਬਣੇ ਰਹੋ, ਠੀਕ ਆ। ਟਾਈਮ ਦੇਣਾ ਪਊਗਾ, ਚੀਜ਼ਾਂ ਸਾਰੀਆਂ ਹੀ ਬਹੁਤ ਜ਼ਿਆਦੀਆਂ ਸਿਰੇ ਦੀਆਂ ਨੇ, ਠੀਕ ਹੈ। ਤੇ ਹੁਣ ਮਤਲਬ ਇੱਕ ਤਾਂ ਬੱਚੇ ਹੁੰਦੇ ਆ ਕਿ ਹੁਣ ਤਾਂ ਜਿਹੜੇ ਵੀ ਸੋਚਦੇ ਆ ਵੀ ਪਤਾ ਨਹੀਂ ਕਿੱਥੋਂ ਕਰਾਈ ਜਾਂਦੇ, ਮੈਂ ਉਹਨਾਂ ਨੂੰ ਵਾਰੀ ਕਹਿ ਰਹੀ ਹਾਂ, ਠੀਕ ਹੈ। ਮੈਂ ਸਾਰੀਆਂ ਦੀਆਂ ਸਾਰੀਆਂ ਬੁੱਕਸ ਹੀ NCERT ਦੀਆਂ ਫੋਲੋ ਕਰ ਰਹੀ ਹਾਂ। ਸਾਰਾ ਹੀ ਡਾਟਾ, ਚਾਹੇ ਉਹ ਜੀਓਗ੍ਰਾਫੀ ਆ, ਚਾਹੇ ਉਹ ਹਿਸਟਰੀ ਆ, ਚਾਹੇ ਉਹ ਪੋਲੀਟੀਕਲ ਆ, ਆਪਾਂ ਕਿੱਥੋਂ ਕਰ ਰਹੇ ਆ? NCERT ਤੋਂ ਕਰ ਰਹੇ ਆ। ਤੇ ਚਲੋ ਹੁਣ ਆਪਾਂ ਜ਼ਿਆਦੀਆਂ ਗੱਲਾਂ ਨਹੀਂ ਕਰਦੇ, ਆਪਾਂ ਆਉਨੇ ਆਪਣੇ ਚੈਪਟਰ ਤੇ। ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਮੁਗਲ ਸੀ ਇਹਨਾਂ ਨੇ ਆਪਣੇ ਰਾਜ ਦਾ ਵਿਸਤਾਰ ਕਿੱਥੋਂ ਸ਼ੁਰੂ ਕੀਤਾ। ਯਾਦ ਰੱਖਿਓ ਦਿੱਲੀ ਤੇ ਆਗਰੇ ਤੋਂ। ਦਿੱਲੀ ਤੇ ਆਗਰੇ ਤੋਂ ਇਹਨਾਂ ਨੇ ਆਪਣੇ ਰਾਜ ਦਾ ਵਿਸਤਾਰ ਜਿਹੜਾ ਸ਼ੁਰੂ ਕੀਤਾ। ਕਿਹੜੀ ਸਦੀ ਦੇ ਵਿੱਚ? 16ਵੀਂ ਸਦੀ ਦੇ ਵਿੱਚ, ਠੀਕ ਆ। ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਚੀਜ਼ ਆ ਪੁੱਛੀ ਜਾ ਸਕਦੀ ਆ, ਉਹ ਇਹ ਆ, ਕਹਿੰਦੇ ਵੀ ਜਦੋਂ ਮੁਗਲਾਂ ਦਾ ਪਤਨ ਹੋ ਗਿਆ, ਮੁਗਲ ਕਾਲ ਦਾ ਪਤਨ ਹੋ ਗਿਆ, ਮੁਗਲ ਖਤਮ ਹੋ ਗਏ, ਕਹਿੰਦੇ ਵੀ ਉਹਨਾਂ ਦੇ ਪ੍ਰਸ਼ਾਸਨ ਚਲਾਉਣ ਦੇ ਢੰਗ ਤਰੀਕੇ ਜਿਹੜੇ ਆ ਉਹਨਾਂ ਦੇ ਪਤਨ ਹੋਣ ਤੋਂ ਬਾਅਦ ਵੀ ਉਹਨਾਂ ਦੇ ਜਿਹੜੇ ਪ੍ਰਸ਼ਾਸਨ ਚਲਾਉਣ ਦੇ ਢੰਗ ਤਰੀਕੇ ਆ ਉਹਨਾਂ ਤੋਂ ਬਾਅਦ ਜਿਹੜੇ ਕਈ ਸ਼ਾਸਕ ਆਏ ਉਹਨਾਂ ਦੇ ਪ੍ਰਸ਼ਾਸਨ ਚਲਾਉਣ ਦੇ ਢੰਗ ਤਰੀਕਿਆਂ ਨੂੰ ਅਪਣਾਉਂਦੇ ਰਹੇ। ਇੱਥੋਂ ਆਪਾਂ ਕੀ ਚੀਜ਼ ਕੱਢ ਸਕਦੇ ਆ ਵੀ ਜੇਕਰ ਮੁਗਲ ਕਾਲ ਦਾ ਪਤਨ ਹੋ ਗਿਆ ਪਰ ਉਹਨਾਂ ਦੇ ਪ੍ਰਸ਼ਾਸਨ ਦੇ ਢੰਗ ਤਰੀਕੇ ਹੀ ਉਹਨਾਂ ਦਾ ਪਤਨ ਨਹੀਂ ਹੋਇਆ। ਇਸ ਪੁਆਇੰਟ ਨੂੰ ਯਾਦ ਰੱਖਿਓ। ਸਿੱਧੀ ਸਟੇਟਮੈਂਟ ਜਿਹੜੀ ਹੈ, ਇੱਕ ਤਾਂ ਸਟੇਟਮੈਂਟ ਬਹੁਤ ਪੁੱਛ ਦਿੰਦੇ ਆ,
ਇਦਾਂ ਹੀ ਚੈਪਟਰ 'ਚ ਚੱਕ ਕੇ ਪਾ ਦਿੰਦੇ ਹੁੰਦੇ ਆ। ਸੋ ਮੇਰੇ ਨਾਲ ਰੀਡ ਕਰਕੇ ਜੇ ਤੁਸੀਂ ਚੈਪਟਰ ਨੂੰ ਸਮਝਿਆ ਵਾ, ਡੈਫੀਨੇਟਲੀ ਮੈਂ ਦਾਅਵੇ ਨਾਲ ਕਹਿੰਦੀ ਆ ਵੀ 40 ਤੋਂ 45 ਨੰਬਰ ਤੁਹਾਡੇ SST ਚੋਂ ਪੱਕੇ ਆਉਣਗੇ। ਠੀਕ ਹੈ, ਤੇ ਇਹ ਸਟੇਟਮੈਂਟ ਨੂੰ ਤੁਸੀਂ ਯਾਦ ਰੱਖਿਓ ਵੀ ਉਹਨਾਂ ਦੇ ਪ੍ਰਸ਼ਾਸਨ ਦਾ ਪਤਾ ਨਹੀਂ ਹੋਇਆ, ਪ੍ਰਸ਼ਾਸਨ ਜਾਰੀ ਰਿਹਾ ਸੀ ਕਿਉਂਕਿ ਬਾਅਦ ਵਿੱਚ ਜਿਹੜੇ ਸ਼ਾਸਕ ਆਏ ਉਹ ਇਹਨਾਂ ਨੂੰ ਅਪਣਾਉਂਦੇ ਰਹੇ। ਉਸ ਤੋਂ ਬਾਅਦ ਅੱਜ ਤੱਕ ਅਸੀਂ ਲਾਲ ਕਿਲਾ ਜਿਹੜਾ ਵਾ, ਬਹੁਤ ਕੁਝ ਪਤਾ ਸਾਨੂੰ ਲਾਲ ਕਿਲਾ ਵੀ, ਸਾਡਾ ਪ੍ਰਧਾਨ ਮੰਤਰੀ ਉੱਥੇ ਜੀ ਝੰਡਾ ਲਹਿਰਾਉਂਦਾ ਵਾ। ਲਾਲ ਕਿਲਾ ਜੀ ਦਿੱਲੀ ਦੇ ਵਿੱਚ ਆ, ਉਹਦੀ ਜੀ ਏਦਾਂ ਦੀ ਬਿਲਡਿੰਗ, ਉਹ ਜੀ ਏਦਾਂ ਸੋਹਣਾ ਵਾ, ਉਹ ਜੀ ਲਾਲ ਪੱਥਰਾਂ ਦਾ ਬਣਿਆ, ਬਹੁਤ ਕੁਝ ਹਨਾ ਅਸੀਂ ਪੜ੍ਹਿਆ। ਪਰ ਅੱਜ ਤੱਕ ਸਾਨੂੰ ਇਹ ਚੀਜ਼ ਨਹੀਂ ਪਤਾ ਲੱਗੀ। ਇਹ ਚੀਜ਼ ਸਿਰਫ ਤੇ ਸਿਰਫ NCERT ਦੇ ਵਿੱਚ ਲਿਖੀ ਆ। NCERT ਦੇ ਵਿੱਚ ਇਹ ਕਹਿੰਦੇ ਅੱਜ ਜੋ ਅਸੀਂ ਦਿੱਲੀ ਦਾ ਲਾਲ ਕਿਲਾ ਦੇਖਦੇ ਹਾਂ, ਇਹ ਮੁਗਲਾਂ ਦਾ ਨਿਵਾਸ ਸਥਾਨ ਸੀ। ਦੇਖੋ ਇਹ ਲਾਈਨ ਐਜ਼ ਇਟ ਇਜ਼ NCERT ਦੇ ਵਿੱਚ ਲਿਖੀ ਆ। ਇਹ ਕਹਿੰਦੇ ਵੀ ਅੱਜ ਜੋ ਅਸੀਂ ਲਾਲ ਕਿਲਾ ਦੇਖਦੇ ਆ, ਇਹ ਮੁਗਲਾਂ ਦਾ ਨਿਵਾਸ ਸਥਾਨ ਸੀ। ਦੇਖੋ ਮੈਂ ਇੱਥੇ ਤੁਹਾਨੂੰ पढ़ के भी सुना दिनी आ। कहते हैं 16वीं सदी के उत्तरार्ध में इन्हें दिल्ली और आगरा से अपने राज्य का विस्तार शुरू किया और 17वीं शताब्दी में लगभग संपूर्ण महाद्वीप पर अधिकार प्राप्त कर लिया। उन्होंने प्रशासन के ढांचे तथा शासन संबंधी जो विचार लागू किए वे उनके राज्य के पतन के बाद भी टिके रहे। क्लियर होगी ना गल जी मैं चीज हुणे समझाई। एक ऐसी राजनीतिक शोहर थी जिससे प्रभाव से उपमहाद्वीप में उनके पश्चात आने वाले शासक अपने अछूता ना रख सके, यानी कि वो आने वाले शासक भी अपनाते रहे। ठीक है, आज भारत के प्रधानमंत्री स्वतंत्रता दिवस पर मुगल शासकों के निवास स्थान दिल्ली के लाल किले की प्राचीर से राष्ट्र को संबोधित करते हैं। यानी कि वही चीज होगी भी दिल्ली के लाल किले ते प्रधानमंत्री स्वतंत्रता दिवस ते जिहड़ा वा ਜਦੋਂ ਸਾਡੇ ਇੰਡੀਪੈਂਡੈਂਸ ਡੇ ਹੁੰਦਾ ਵਾ ਉਦੋਂ ਜਿਹੜਾ ਝੰਡਾ ਲਹਿਰਾਇਆ ਜਾਂਦਾ ਲਾਲ ਕਿਲੇ ਤੇ, ਉਹ ਲਾਲ ਕਿਲਾ ਕਿਹਨਾਂ ਦਾ ਨਿਵਾਸ ਸਥਾਨ ਸੀ? ਮੁਗਲਾਂ ਦਾ ਨਿਵਾਸ ਸਥਾਨ ਸੀ। ਇੱਥੋਂ ਸਾਡੀ ਸ਼ੁਰੂਆਤ ਹੁੰਦੀ ਆ ਅਸਲੀ ਮੁਗਲ ਕਾਲ ਦੀ ਇੰਟਰੋਡਕਸ਼ਨ। ਇਹ ਤੁਸੀਂ ਮੰਨ ਕੇ ਚੱਲੋ ਇਹ ਕੀ ਸੀ? ਸਾਡੀ ਇੰਟਰੋਡਕਸ਼ਨ। ਹੁਣ ਸਾਡੇ ਮਨ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਸਵਾਲ ਆਉਣਾ ਚਾਹੀਦਾ ਵਾ ਕਿ ਜਿਹੜੇ ਮੁਗਲ ਸੀ ਉਹ ਹੈ ਕੌਣ ਸੀ? ਠੀਕ ਹੈ, ਅੱਗੇ ਆਪਾਂ ਕਰਦੇ ਹਾਂ ਵੀ ਜਿਹੜੇ ਮੁਗਲ ਸੀ ਉਹ ਕੌਣ ਸੀ। ਇਹ ਜਿਹੜਾ ਅਗਲਾ ਕਨਸੈਪਟ ਹੈ ਨਾ ਕਿ ਮੁਗਲ ਕੌਣ ਸੀ, ਇਹ ਕਨਸੈਪਟ ਸਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇੰਪੋਰਟੈਂਟ ਹੋਣ ਦੇ ਨਾਲ ਨਾਲ ਇਹ ਤੁਹਾਨੂੰ ਇੰਟਰਸਟਿੰਗ ਵੀ ਲੱਗੂਗਾ। ਕਿਉਂਕਿ ਕਿਹਾ ਜਾਂਦਾ ਵਾ ਕਿ ਮੁਗਲ ਜਿਹੜੇ ਸੀਗੇ ਦੋ ਮਹਾਨ ਸ਼ਾਸਕਾਂ ਦੇ ਵੰਸ਼ ਵਿੱਚੋਂ ਸਨ। ਠੀਕ ਹੈ, ਇਸ ਪੁਆਇੰਟ ਨੂੰ ਮੈਂ ਬਹੁਤ ਹੀ ਚੰਗੀ ਤਰ੍ਹਾਂ ਕਲੈਰੀਫਾਈ ਕਰੂੰਗੀ। ਠੀਕ ਆ, ਅੱਗੇ ਪੜ੍ਹ ਲੈਂਦੇ ਪਹਿਲਾਂ। ਫਿਰ ਇਹ ਕਹਿੰਦੇ ਆ ਕਿ ਮਾਤਾ ਵੱਲੋਂ ਮੰਗੋਲ ਸ਼ਾਸਕ ਚੰਗੇਜ਼ ਖਾਨ ਜੋ ਕਿ ਚੀਨ ਅਤੇ ਮੱਧ ਏਸ਼ੀਆ ਦੇ ਭਾਗਾਂ ਤੇ ਰਾਜ ਕਰਦਾ ਸੀ, ਉਸ ਦੇ ਉੱਤਰਾਧਿਕਾਰੀ ਸਨ। ਕੀ ਕਹਿੰਦੇ? ਸਮਝੋ ਇਸ ਚੀਜ਼ ਨੂੰ। ਇਹ ਕਹਿੰਦੇ ਵੀ ਜਿਹੜੇ ਮੁਗਲ ਸੀ ਇਹ ਦੋ ਵੰਸ਼ ਦਾ ਮਿਸ਼ਰਣ ਸੀਗੇ। ਕਿਵੇਂ? ਠੀਕ ਹੈ, ਮਾਤਾ ਵੱਲੋਂ, ਜਾਨੀ ਕਿ ਮਾਤਾ ਵੱਲੋਂ ਇਹਨਾਂ ਦੀ ਜਿਹੜੀ ਮਦਰ ਸੀ, ਠੀਕ ਹੈ, ਮਾਤਾ ਵੱਲੋਂ ਇਹ ਕਿਹੜੇ ਵੰਸ਼ ਦੇ ਵਿੱਚੋਂ ਸੀ? ਜੇ ਆਪਾਂ ਜਿੱਦਾਂ ਆਪਣੇ ਮੈਂ ਤੁਹਾਨੂੰ ਦੇਸੀ ਭਾਸ਼ਾ ਦੇ ਵਿੱਚ ਸਮਝਾਵਾਂ, ਜੇ ਨਾਨਕੇ ਦਾਦਕਿਆਂ ਦੀ ਗੱਲ ਕਰੀਏ, ਠੀਕ ਹੈ, ਮਾਤਾ ਵੱਲੋਂ ਇਹ ਜਿਹੜਾ ਮੰਗੋਲ ਸ਼ਾਸਕੀ ਚੰਗੇਜ਼ ਖਾਨ, ਜਦੋਂ ਮੈਂ ਦਿੱਲੀ ਸਲਤਨਤ ਦਾ ਖਾਤਮਾ ਹੋਇਆ ਉਹਦੇ ਵਿੱਚ ਮੈਂ ਤੁਹਾਨੂੰ ਚੰਗੇਜ਼ ਖਾਨ ਬਾਰੇ ਬਹੁਤ ਚੰਗੀ ਤਰ੍ਹਾਂ ਦੱਸਿਆ ਸੀ। ਠੀਕ ਆ, ਜਿਹੜਾ ਚੰਗੇਜ਼ ਖਾਨ ਹੀ ਇਹ ਕੀ ਹੀ? ਇੱਕ ਮੰਗੋਲ ਹੀ। ਕੀ ਹੀ? ਇੱਕ ਮੰਗੋਲ ਹੀ। ਠੀਕ ਆ, ਕਿਹੜੇ ਇਲਾਕੇ ਤੇ ਰਾਜ ਕਰਦਾ ਸੀ? ਚੀਨ ਤੇ ਮੱਧ ਏਸ਼ੀਆ ਦਾ ਜਿਹੜਾ ਇਲਾਕਾ ਸੀ ਇੱਥੇ ਰਾਜ ਕਰਦਾ ਸੀ। ਕਹਿੰਦੇ ਠੀਕ ਹੈ, ਇੱਥੇ ਰਾਜ ਕਰਦਾ ਸੀ ਤੇ ਮਾਤਾ ਵੱਲੋਂ ਇਹ ਮੰਗੋਲ ਸੀ, ਯਾਨੀ ਕਿ ਚੰਗੇਜ਼ ਖਾਨ ਦੇ ਵੰਸ਼ ਦੇ ਵਿੱਚੋਂ। ਤੇ ਜੇਕਰ ਪਿਤਾ ਵੱਲੋਂ ਗੱਲ ਕਰੀਏ ਤੇ ਪਿਤਾ ਵੱਲੋਂ ਇਹ ਈਰਾਨ ਇਰਾਕ ਦਾ ਜਿਹੜਾ ਤੁਰਕੀ ਸ਼ਾਸਕੀ। ਹੁਣ ਤੁਰਕੀ ਸ਼ਾਸਕ ਕੌਣ ਸੀ? ਤੈਮੂਰ। ਤੱਤੇ ਤੋਂ ਤੁਰਕੀ ਤੇ ਤੱਤੇ ਤੋਂ ਤੈਮੂਰ ਤੁਸੀਂ ਯਾਦ ਰੱਖ ਲਿਓ, ਜਿਹਦੀ ਮੌਤ ਹੁੰਦੀ ਆ ਲਗਭਗ 1404 ਈਸਵੀ ਦੇ ਵਿੱਚ। ਇਹ ਚੀਜ਼ ਇਹਨਾਂ ਨੇ NCERT ਦੇ ਵਿੱਚ ਦਿੱਤੀ ਹੈ। ਕਹਿੰਦੇ ਪਿਤਾ ਵੱਲੋਂ ਇਹ ਈਰਾਨ ਤੇ ਇਰਾਕ ਦੇ ਤੁਰਕੀ ਸ਼ਾਸਕ ਤੈਮੂਰ ਤੇ ਵੰਸ਼ ਵਿੱਚੋਂ ਸੀ। ਕੁੱਲ ਮਿਲਾ ਕੇ ਆਪਾਂ ਮੋਟਾ ਕੀ ਹਿਸਾਬ ਲਾ ਸਕਦੇ ਹਾਂ ਵੀ ਜਿਹੜੇ ਮੰਗੋਲ ਸੀ, ਚੰਗੇਜ਼ ਖਾਨ ਦਾ ਵੰਸ਼, ਜਿਹੜੇ ਮੰਗੋਲ ਸੀ, ਇਹਨਾਂ ਦੀਆਂ ਕੁੜੀਆਂ ਜਿਹੜੀਆਂ ਸੀਗੀਆਂ ਉਹ ਤੁਰਕੀ ਸ਼ਾਸਕਾਂ ਦੇ ਨਾਲ ਵਿਆਹੀਆਂ ਸੀ। ਸਮਝ ਲੱਗੀ? ਯਾਨੀ ਕਿ ਜਿਹੜੇ ਮੰਗੋਲ ਸ਼ਾਸਕ ਸੀਗੇ ਚੰਗੇਜ਼ ਖਾਨ ਦੇ ਵੰਸ਼ ਦੇ ਵਿੱਚੋਂ, ਉਹਨਾਂ ਦੀਆਂ ਕੁੜੀਆਂ ਪਿਤਾ ਤੁਰਕੀ ਸ਼ਾਸਕ ਤੈਮੂਰ। ਇੱਥੋਂ ਆਪਾਂ ਇਹੀ ਹਿਸਾਬ ਲਾ ਸਕਦੇ, ਇਹੀ ਚੀਜ਼ ਹੋਊਗੀ। ਠੀਕ ਆ, ਕਿ ਜਿਹੜੀਆਂ ਮੰਗੋਲਾਂ ਦੀਆਂ ਕੁੜੀਆਂ ਸੀ ਚੰਗੇਜ਼ ਖਾਨ ਦੇ ਵੰਸ਼ ਦੇ ਵਿੱਚੋਂ, ਉਹ ਤੁਰਕੀ ਸ਼ਾਸਕਾਂ ਨਾਲ ਵਿਆਹੀਆਂ ਸੀ। ਠੀਕ ਆ, ਇਸੇ ਹੀ ਕਰਕੇ ਮੈਨੂੰ ਇਹ ਨਹੀਂ ਸਮਝ ਆਉਂਦੀ
ਵੀ ਇਹ ਚੀਜ਼ ਸਾਰੇ ਹੀ ਨੋਟ ਕਰਦੇ ਆ, ਮੈਂ ਕੱਲੀ ਨਹੀਂ। ਐਨਸੀਈਆਰਟੀ ਦੇ ਵਿੱਚ ਇਹਨਾਂ ਨੇ ਲਿਖਿਆ ਵੀ 2 ਮਹਾਨ ਵੰਸ਼ ਕਿੱਦਾਂ ਹੋ ਗਏ, ਵੀ ਇਹਨਾਂ ਨੇ ਜੇ ਚੰਗੇਜ਼ ਖਾਨ ਆ ਤੇ ਇਹਨੇ ਇਦਾਂ ਦਾ ਕੀ ਮਹਾਨ ਕੰਮ ਕੀਤਾ ਜਿਹਨੂੰ ਇਹਨੂੰ ਇਹ ਮਹਾਨ ਵੰਸ਼ ਦਾ ਦਰਜਾ ਦੇ ਰਿਹਾ, ਠੀਕ ਆ। ਫਿਰ ਉਸ ਤੋਂ ਬਾਅਦ ਤੈਮੂਰ ਆ, ਦੋਵੇਂ ਵੰਸ਼ ਨੇ ਕਿਹਾ ਦੋਵੇਂ ਮਹਾਨ ਸ਼ਾਸਕ ਵੰਸ਼, ਦੋਵੇਂ ਮਹਾਨ ਵੰਸ਼। ਚੰਗੇਜ਼ ਖਾਨ ਨੇ ਇਦਾਂ ਦਾ ਕੀ ਕੰਮ ਕੀਤਾ ਵੀ ਮਹਾਨ ਆ, ਤੇ ਤੈਮੂਰ ਨੇ ਇਦਾਂ ਦਾ ਕੀ ਕੰਮ ਕੀਤਾ ਕਿ ਮਹਾਨ ਆ। ਗਲਤ ਆ ਨਾ ਇਹ ਚੀਜ਼, ਪਰ ਪਤਾ ਨਹੀਂ ਕਿਉਂ ਇਹ ਚੀਜ਼ਾਂ ਲਿਖੀਆਂ ਵਾ। ਇਹਨੂੰ ਤੁਸੀਂ ਇਸ ਚੀਜ਼ ਨੂੰ ਯਾਦ ਰੱਖਣਾ। ਉਸ ਤੋਂ ਬਾਅਦ ਜਿਹੜਾ ਪੁਆਇੰਟ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਸੀਟੈਟ ਦੇ ਵਿੱਚ, ਇਹਨਾਂ ਨੇ ਕਿਹਾ ਸੀ, ਇਹਨਾਂ ਨੇ ਪੁੱਛਿਆ ਸੀ ਕਿ ਮੰਗੋਲ ਆਪਣੇ ਆਪ ਨੂੰ ਜਿਹੜਾ ਸੀ, ਮੁਗਲ ਆਪਣੇ ਆਪ ਨੂੰ ਮੰਗੋਲ ਹੋਣਾ ਪਸੰਦ ਕਰਦੇ ਸੀ ਤੇ ਤੈਮੂਰ ਹੋਣ ਤੋਂ ਉਹ ਜਿਹੜਾ ਸੀ ਨਫ਼ਰਤ ਕਰਦੇ ਸੀ। ਪਰ ਉਹਨਾਂ ਨੇ ਆਪਸ਼ਨਾਂ ਦਿੱਤੀਆਂ ਸੀ ਗਲਤ, ਤੇ ਉਹਦੇ ਵਿੱਚ ਆਉਣਾ ਸੀ ਵੀ ਇਹ ਜਿਹੜਾ ਵਾ A B ਦੀ ਸਹੀ ਵਿਆਖਿਆ ਨਹੀਂ ਕਰਦਾ, ਕੁਝ ਇਸ ਤਰ੍ਹਾਂ ਕੁਐਸਚਨ ਆਇਆ ਸੀ। ਜਦ ਕਿ ਰਿਐਲਿਟੀ ਇਹ ਆ, ਹੁਣ ਤੱਕ ਸਾਨੂੰ ਪਤਾ ਲੱਗ ਗਿਆ ਵੀ ਇਹ 2 ਵੰਸ਼ਾਂ ਦੇ ਵਿੱਚੋਂ ਸੀ। ਕਿਹੜੇ ਵੰਸ਼ਾਂ ਦੇ ਵਿੱਚੋਂ ਇਹ ਵੀ ਪਤਾ ਲੱਗ ਗਿਆ। ਹੁਣ ਦੇਖੋ ਤੁਸੀਂ ਨੇ ਯਾਦ ਰੱਖਣਾ ਕਿ ਜਿਹੜੇ ਮੁਗਲ ਸੀ ਉਹ ਆਪਣੇ ਆਪ ਨੂੰ ਮੰਗੋਲ ਹੋਣਾ ਪਸੰਦ ਨਹੀਂ ਸੀ ਕਰਦੇ, ਠੀਕ ਹੈ। ਮੰਗੋਲ ਹੋਣਾ ਆਪਣੇ ਆਪ ਨੂੰ ਪਸੰਦ ਨਹੀਂ ਸੀ ਕਰਦੇ, ਪਰ ਇਹਦੇ ਉਲਟ ਤੁਸੀਂ ਯਾਦ ਰੱਖਣਾ ਵਾ ਉਹ ਤੈਮੂਰ ਦੇ ਵੰਸ਼ ਵਿੱਚੋਂ ਹੋਣ ਲਈ ਗਰਵ ਮਹਿਸੂਸ ਕਰਦੇ ਸੀ। ਯਾਨੀ ਕਿ ਉਹ ਇਸ ਚੀਜ਼ ਦਾ ਮਾਣ ਮਹਿਸੂਸ ਕਰਦੇ ਸੀ ਵੀ ਉਹ ਤੈਮੂਰ ਦੇ ਵੰਸ਼ ਦੇ ਵਿੱਚੋਂ ਆ, ਪਰ ਮੰਗੋਲ ਹੋਣਾ ਉਹ ਆਪਣੇ ਆਪ ਨੂੰ ਪਸੰਦ ਨਹੀਂ ਸੀ ਕਰਦੇ। ਹੁਣ ਇਹਦੇ ਪਿੱਛੇ ਵਜ੍ਹਾ ਕੀ ਆ? ਕਹਿੰਦੇ ਕਿਉਂਕਿ ਉਹਨਾਂ ਦੇ ਪੂਰਵਜਾਂ ਨੇ 1398 ਈਸਵੀ ਦੇ ਵਿੱਚ ਦਿੱਲੀ ਤੇ ਕਬਜ਼ਾ ਕਰ ਲਿਆ ਸੀ। ਕਹਿੰਦੇ ਸਾਡੇ ਪੂਰਵਜਾਂ ਨੇ ਦਿੱਲੀ ਤੇ ਕਬਜ਼ਾ ਕੀਤਾ ਸੀ, ਤੈਮੂਰ ਵੱਲੋਂ ਜਿਹੜੇ ਪੂਰਵਜ ਸੀ ਉਹਨਾਂ ਦੇ। ਇਸੇ ਕਰਕੇ ਆਪਣੇ ਆਪ ਨੂੰ ਜਿਹੜਾ ਸੀ ਤੈਮੂਰ ਵੰਸ਼ ਦੇ ਵਿੱਚੋਂ ਹੋਣ ਲਈ ਇਹ ਆਪਣੇ ਆਪ ਤੇ ਗਰਵ ਮਹਿਸੂਸ ਕਰਦੇ ਸੀ। ਇਸ ਪੁਆਇੰਟ ਨੂੰ ਤੁਸੀਂ ਯਾਦ ਦੇ ਵਿੱਚ ਰੱਖਣਾ। ਉਸ ਤੋਂ ਬਾਅਦ ਕਹਿੰਦੇ ਵੀ ਇਹਨਾਂ ਨੇ ਕਹਿੰਦੇ ਨੇ ਸ਼ੋਅ ਆਫ ਕਰਨਾ, ਇਹਨਾਂ ਨੇ ਸ਼ੋਅ ਆਫ ਕਿਵੇਂ ਕੀਤਾ ਵੀ ਇਹ ਤੈਮੂਰ ਦੇ ਵੰਸ਼ ਦੇ ਵਿੱਚੋਂ ਆ। ਇਹਨਾਂ ਨੇ ਪਤਾ ਕੀ ਕੀਤਾ, ਜਿੰਨੇ ਵੀ ਮੁਗਲ ਆ ਇਹਨਾਂ ਨੇ ਚਿੱਤਰਕਾਰੀ ਬਣਾਈ। ਚਿੱਤਰਕਾਰੀ ਇਹਨਾਂ ਨੇ ਕਿਵੇਂ ਬਣਾਈ ਸਮਝਿਓ। ਚਿੱਤਰਕਾਰੀ ਇਹਨਾਂ ਨੇ ਐਵੇਂ ਬਣਾਈ ਆ, ਐਨਸੀਈਆਰਟੀ ਦੇ ਵਿੱਚ ਫੋਟੋ ਦਿੱਤੀ ਆ। ਇੱਥੇ ਸਿੰਘਾਸਨ ਤੇ ਬੈਠਾ ਤੈਮੂਰ, ਇੱਥੇ ਅਕਬਰ ਬੈਠਾ ਵਾ, ਇੱਥੇ ਔਰੰਗਜ਼ੇਬ ਬੈਠਾ ਵਾ, ਜਹਾਂਗੀਰ ਬੈਠਾ ਵਾ, ਠੀਕ ਆ, ਸ਼ਾਹਜਹਾਨ, ਏਦਾਂ ਕਰਕੇ ਬੰਨੇ ਬੰਨੇ ਸਾਰੇ ਬੈਠੇ ਆ। ਜਾਨੀ ਕਿ ਇੱਥੇ ਮੈਂ ਤੁਹਾਨੂੰ ਪਿਕਚਰ ਵੀ ਦਿਖਾ ਦਿੰਨੀ ਆ। ਇਹਨਾਂ ਨੇ ਆਪਣੇ ਆਪ ਨੂੰ ਇੱਥੇ ਇਸ ਤਰ੍ਹਾਂ ਸ਼ੋਅ ਕੀਤਾ ਵਾ, ਠੀਕ ਆ। ਆਹ ਦੇਖੋ, ਆਹ ਇਹਨਾਂ ਨੇ ਪਿਕਚਰ ਦਿਖਾਈ ਆ, ਠੀਕ ਹੈ। ਸੈਂਟਰ ਦੇ ਵਿੱਚ ਤੈਮੂਰ ਬੈਠਾ ਦਿਖਾਇਆ ਵਾ, ਜਾਨੀ ਕਿ ਇਹਨਾਂ ਨੇ ਦੁਨੀਆ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸੀ ਚਿੱਤਰਕਾਰੀ ਬਣਾ ਕੇ, ਤੈਮੂਰ ਦੇ ਨਾਲ ਚਿੱਤਰਕਾਰੀ ਬਣਾ ਕੇ ਵੀ ਅਸੀਂ ਕਿਹਦੇ ਵੰਸ਼ ਦੇ ਵਿੱਚੋਂ ਆ, ਤੈਮੂਰ ਦੇ ਵੰਸ਼ ਦੇ ਵਿੱਚੋਂ ਆ। ਮੈਂ ਕੱਲਾ ਪੁਆਇੰਟ ਜਿਹੜਾ ਬੋਲ ਰਹੀ ਆ, ਕੱਲਾ ਪੁਆਇੰਟ ਜਿਹੜਾ ਵਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਠੀਕ ਆ। ਇਹਨਾਂ ਸਾਰੇ ਪੁਆਇੰਟ ਨੂੰ ਤੁਸੀਂ ਨੇ ਯਾਦ ਚ ਰੱਖਣਾ। ਅੱਗੇ ਆਪਾਂ ਗੱਲ ਕਰਾਂਗੇ ਇਹਨਾਂ ਦੇ ਜਿਹੜੇ ਸੈਨਿਕ ਅਭਿਆਨ ਆ, ਠੀਕ ਆ। ਸਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਅਸੀਂ ਮੁਗਲਾਂ ਦੇ ਬਾਰੇ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਨਾਮ ਕਿਹਦਾ ਆਉਂਦਾ ਵਾ? ਬਾਬਰ ਦਾ ਆਉਂਦਾ, ਕਿਉਂਕਿ ਬਾਬਰ ਨੇ ਹੀ ਮੁਗਲ ਵੰਸ਼ ਦੀ ਨੀਂਹ ਰੱਖੀ ਸੀ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਿਓ। ਕਿਵੇਂ ਯਾਦ ਰੱਖੀ ਸੀ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਹੁਣ ਜਿਹੜੀਆਂ ਚੀਜ਼ਾਂ ਇਹਨਾਂ ਨੇ ਬਾਬਰ ਦੇ ਬਾਰੇ ਦੱਸੀਆਂ ਐਨਸੀਈਆਰਟੀ ਦੇ ਵਿੱਚ, ਉਹ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ। ਇਹ ਚੀਜ਼ ਮੈਂ ਦਾਅਵੇ ਨਾਲ ਕਹਿੰਦੀ ਹਾਂ। ਦੇਖੋ, ਇਹ ਕਹਿੰਦੇ ਆ ਕਿ 1494 ਦਾ ਸਮਾਂ ਸੀ, ਠੀਕ ਆ, 1494 ਦਾ ਸਮਾਂ ਸੀ। ਕਹਿੰਦੇ ਬਾਬਰ ਜਿਹੜਾ ਸੀ ਫਰਗਨਾ ਦਾ ਉੱਤਰਾਧਿਕਾਰੀ ਬਣਿਆ। ਫਰਗਨਾ ਕੀ ਆ? ਮੱਧ ਏਸ਼ੀਆ ਦਾ ਇੱਕ ਛੋਟਾ ਜਿਹਾ ਦੇਸ਼ ਆ, ਠੀਕ ਆ। ਮੱਧ ਏਸ਼ੀਆ ਦਾ ਇਹ ਕੀ ਆ? ਇੱਕ ਛੋਟਾ ਜਿਹਾ ਦੇਸ਼ ਆ, ਠੀਕ ਆ। ਤੇ ਉਹੀ ਮੱਧ ਏਸ਼ੀਆ ਮਾਤਾ ਵੱਲੋਂ ਕੀ ਸੀ? ਇਹ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸੀ। ਉਧਰਲੀ ਸਾਈਡ ਤੋਂ ਇਹ ਫਰਗਨਾ ਦਾ ਉੱਤਰਾਧਿਕਾਰੀ ਬਣਿਆ। ਉਦੋਂ ਇਹਦੀ ਉਮਰ ਸਿਰਫ ਤੇ ਸਿਰਫ 12 ਸਾਲ ਦੀ ਹੀ। ਯਾਦ ਰੱਖਿਓ, ਪੁੱਛਿਆ ਜਾ ਸਕਦਾ ਕਿ ਜਦੋਂ ਫਰਗਨਾ ਦਾ ਉੱਤਰਾਧਿਕਾਰੀ ਬਣਿਆ ਬਾਬਰ, ਉਦੋਂ ਦੀ ਉਮਰ ਕਿੰਨੀ ਸੀ? ਸਿਰਫ ਤੇ ਸਿਰਫ 12 ਸਾਲ। ਹੋਇਆ ਕੀ? ਕਹਿੰਦੇ ਕਿ ਬਾਬਰ 1494 ਵਿੱਚ ਫਰਗਨਾ ਦਾ ਉੱਤਰਾਧਿਕਾਰੀ ਬਣਿਆ, ਉਦੋਂ ਉਸਦੀ ਉਮਰ ਸਿਰਫ 12 ਸਾਲ ਦੀ ਸੀ। ਕਹਿੰਦੇ ਮੁਗਲਾਂ ਦੇ ਉਜ਼ਬੇਕਾਂ ਦੇ ਆਕਰਮਣ ਕਾਰਨ ਬਾਬਰ ਨੂੰ ਗੱਦੀ ਛੱਡਣੀ ਪਈ। ਯਾਦ ਰੱਖਿਓ। ਹੁਣ ਮੈਂ ਤੁਹਾਨੂੰ ਪਿੱਛੇ ਪੁਆਇੰਟ ਦੱਸ ਕੇ ਗਈ ਨਾ ਵੀ ਇਹ ਆਪਣੇ ਆਪ ਨੂੰ ਮੰਗੋਲ ਹੋਣਾ ਪਸੰਦ ਨਹੀਂ ਸੀ ਕਰਦੇ।
ਇਹ ਆਪਣੇ ਆਪ ਨੂੰ ਤੁਰਕੀ ਹੋਣਾ ਪਸੰਦ ਕਰਦੇ ਸੀ, ਕਿਉਂਕਿ ਉਧਰ ਉਹਨਾਂ ਕੋਲ ਵਜ੍ਹਾ ਇਹਨਾਂ ਤੋਂ ਬੜੀਆਂ ਸੋਲਿਡ ਸੀ। ਵਜ੍ਹਾ ਇਹ ਸੀ ਵੀ ਜਦੋਂ ਇਹ ਆਪਣੇ ਆਪ ਨੂੰ ਮੁਗਲ ਹੋਣਾ ਪਸੰਦ ਨਹੀਂ ਸੀ ਕਰਦੇ, ਕਿਉਂ ਨਹੀਂ ਸੀ ਕਰਦੇ, ਵੀ ਜਿਹੜੇ ਆ ਉਜ਼ਬੇਗ ਸੀ ਇਹ ਇਹਨਾਂ ਦੇ ਮਾਤਾ ਦੇ ਵੰਸ਼ ਦੇ ਵਿੱਚੋਂ ਹੀ ਸੀ। ਉਹਨਾਂ ਨੇ ਹੀ ਬਾਬਰ ਤੇ ਹਮਲੇ ਕੀਤੇ, ਉਹਦੀ ਵਜ੍ਹਾ ਕਰਕੇ ਬਾਬਰ ਨੂੰ ਫਰਗਣਾ ਛੱਡਣਾ ਪਿਆ। ਕਨਸੈਪਟ ਕਲੀਅਰ ਹੋਇਆ ਨਾ? ਠੀਕ ਹੈ, ਉਜ਼ਬੇਗ ਜਿਹੜੇ ਸੀ ਉਹ ਮੰਗੋਲਾਂ ਦੇ ਵੰਸ਼ ਦੇ ਵਿੱਚੋਂ ਹੀ ਸੀ, ਉਹਨਾਂ ਦੇ ਮਾਤਾ ਵੱਲੋਂ ਉਹਨਾਂ ਦੇ ਵੰਸ਼ ਦੇ ਵਿੱਚੋਂ ਸੀ। ਇਹਨਾਂ ਨੇ ਹੀ ਬਾਬਰ ਤੇ ਹਮਲੇ ਕੀਤੇ। ਵਜ੍ਹਾ ਇਹੀ ਆ ਵੀ ਇਹ ਆਪਣੇ ਆਪ ਨੂੰ ਮੰਗੋਲ ਹੋਣਾ ਪਸੰਦ ਨਹੀਂ ਸੀ ਕਰਦੇ, ਇਹਦੇ ਕੰਪੈਰੀਟਿਵਲੀ ਤੁਰਕੀ ਹੋਣਾ ਪਸੰਦ ਕਿਉਂ ਕਰਦੇ ਸੀ, ਕਿਉਂਕਿ ਤੈਮੂਰ ਦੇ ਵੰਸ਼ ਦੇ ਵਿੱਚੋਂ ਤੇ ਉਹਨਾਂ ਦੇ ਵੰਸ਼ ਦੇ ਵਿੱਚੋਂ 1398 ਦੇ ਵਿੱਚ ਉਹ ਪਹਿਲਾਂ ਹੀ ਦਿੱਲੀ ਤੇ ਕਬਜ਼ਾ ਕਰ ਚੁੱਕੇ ਸੀ। ਇਹ ਆ ਬਹੁਤ ਸੋਲਿਡ ਰੀਜ਼ਨ ਆ, ਕਿਉਂਕਿ ਤੁਸੀਂ ਸੋਚਦੇ ਹੋਗੇ ਵੀ ਮੰਗੋਲ ਹੋਣਾ ਪਸੰਦ ਕਿਉਂ ਨਹੀਂ ਸੀ ਕਰਦੇ, ਉਹ ਵੀ ਰੀਜ਼ਨ ਮੈਂ ਤੁਹਾਡੇ ਸਾਹਮਣੇ ਰੱਖਤਾ। ਠੀਕ ਆ, ਹੋਇਆ ਕਿ ਜਦੋਂ ਫਰਗਣਾ ਤੇ ਉੱਤਰਾਧਿਕਾਰੀ ਬਣਿਆ ਤੇ 12 ਸਾਲ ਦੀ ਉਮਰ ਤੇ ਵਿਚਾਰਾ ਜਵਾਕ ਜਿਹਾ ਤੇ ਹੈਗਾ ਸੀ ਹਨਾ। ਬਾਅਦ ਚ ਤੇ ਇਹਨੇ ਬਹੁਤ ਕੁਛ ਕੀਤਾ, ਇਬਰਾਹਿਮ ਲੋਧੀ ਨੂੰ ਹਰਾਤਾ, ਪਰ ਉਦੋਂ ਤਾਂ ਜੇ ਸਿਰਫ ਇਹ ਨਿਆਣਾ ਸੀ ਹਨਾ। ਫਿਰ ਕੀ ਹੋਇਆ ਕਿ ਬਾਬਰ ਨੂੰ ਗੱਦੀ ਛੱਡਣੀ ਪਈ, ਇਹ ਗੱਦੀ ਛੱਡ ਕੇ ਭੱਜ ਗਿਆ, ਜਵਾਕ ਸੀ ਵਿਚਾਰਾ ਹਨਾ, ਭੱਜ ਗਿਆ। ਜਦੋਂ ਭੱਜ ਗਿਆ ਤੇ ਇਹ ਕਿੰਨੇ ਸਾਲ ਕੀ ਆ ਭਟਕਦਾ ਰਿਹਾ, ਕਦੀ ਉੱਥੇ ਚਲਾ ਗਿਆ ਕਦੀ ਉੱਥੇ ਚਲਾ ਗਿਆ ਹਨਾ, ਭਟਕਦਾ ਰਿਹਾ। ਕੋਈ ਰਾਜ ਰੂਜ ਕਰਨ ਦਾ ਨਹੀਂ ਸੀ ਇਹਨੂੰ ਪਤਾ ਹਨਾ, ਡਰ ਗਿਆ ਵਿਚਾਰਾ, ਉਮਰ ਨਿਆਣੀ ਸੀ ਹਨਾ। ਫਿਰ ਕੀ ਹੋਇਆ ਕਿ 1504 ਈਸਵੀ ਦੇ ਵਿੱਚ ਕਾਬਲ ਤੇ ਕਬਜ਼ਾ ਕੀਤਾ ਇਹਨੇ। ਪਹਿਲੀ ਵਾਰੀ ਪੁੱਛਿਆ ਜਾ ਸਕਦਾ ਕਿ ਬਾਬਰ ਨੇ ਪਹਿਲੀ ਵਾਰੀ ਕਿੱਥੇ ਕਬਜ਼ਾ ਕੀਤਾ, ਕਾਬਲ ਦੇ ਵਿੱਚ ਕੀਤਾ। ਤੇ ਜੇ ਫਰਗਣਾ ਬਾਰੇ ਪੁੱਛਿਆ ਜਾਵੇ, ਉੱਥੋਂ ਦਾ ਸਿਰਫ ਉੱਤਰਾਧਿਕਾਰੀ ਬਣਾਇਆ ਗਿਆ ਸੀ 12 ਸਾਲ ਦੀ ਉਮਰ ਦੇ ਵਿੱਚ। ਫਿਰ ਕੀ ਹੋਇਆ, ਕਾਬਲ ਤੇ ਕਬਜ਼ਾ ਕਰਨ ਤੋਂ ਬਾਅਦ 1504 ਦੇ ਵਿੱਚ ਕਾਬਲ ਤੇ ਕਬਜ਼ਾ ਕਰਦਾ ਵਾ। ਉਸ ਤੋਂ ਬਾਅਦ ਫੇਮਸ ਪੁਆਇੰਟ ਅੱਜ ਤੱਕ ਪੜ੍ਹਦੇ ਆਏ ਆ ਵੀ ਦਿੱਲੀ ਤੇ ਕਬਜ਼ਾ ਇਹ ਕਿੱਦਾਂ ਕਰਦਾ ਵਾ। ਪਾਣੀਪਤ ਦੀ ਲੜਾਈ ਹੁੰਦੀ ਆ 1526 ਈਸਵੀ ਦੇ ਵਿੱਚ, ਤੇ ਲੋਧੀ ਵੰਸ਼ ਦਾ ਸ਼ਾਸਕ ਕੌਣ ਉੱਥੇ ਰਾਜ ਕਰ ਰਿਹਾ ਵਾ, ਇਬਰਾਹਿਮ ਲੋਧੀ। ਤੇ ਇਬਰਾਹਿਮ ਲੋਧੀ ਦੀ ਬਹੁਤ ਭਾਰੀ ਹਾਰ ਹੁੰਦੀ ਆ। ਤੇ ਦਿੱਲੀ ਸਲਤਨਤ ਦਾ ਖਾਤਮਾ ਕਿੱਦਾਂ ਹੁੰਦਾ ਵਾ, ਜਦੋਂ ਇਬਰਾਹਿਮ ਲੋਧੀ ਹਾਰ ਜਾਂਦਾ ਵਾ ਤੇ ਬਾਬਰ ਜਿੱਤ ਜਾਂਦਾ ਵਾ। ਇੱਥੋਂ ਹੀ ਬਾਬਰ ਕਿਹਾ ਜਾਂਦਾ ਵਾ ਵੀ ਬਾਬਰ ਨੇ ਮੁਗਲ ਵੰਸ਼ ਦੀ ਨੀਂਹ ਰੱਖੀ, ਬਾਬਰ ਨੇ ਮੁਗਲ ਵੰਸ਼ ਦੀ ਨੀਂਹ ਰੱਖੀ। ਠੀਕ ਆ, ਇਸ ਪੁਆਇੰਟ ਨੂੰ ਤੁਸੀਂ ਯਾਦ ਦੇ ਵਿੱਚ ਰੱਖਿਓ। ਇੱਕ ਪੁਆਇੰਟ ਤੁਸੀਂ ਹੋਰ ਰੱਖਣਾ, ਯਾਦ ਰੱਖਣਾ ਵਾ। ठीक है, ये कहते आ कि 16वीं शताब्दी के युद्धों में तोप और गोलाबारी का पहली बार इस्तेमाल हुआ। बाबर ने इसका पानीपत की पहली लड़ाई में प्रभावी ढंग से प्रयोग किया। डबल नी ट्रिपल इंपॉर्टेंट चीज कहते कि 16वीं सदी दे विच, हाँ 16वीं सदी दे विच कहते तोप ते गोलाबारी का पहली बार इस्तेमाल होया। याद रखियो, ठीक है, 16वीं सदी दे विच। ठीक है, ਆਪਾਂ 16ਵੀਂ ਤੇ 17ਵੀਂ ਸਦੀ ਦੇ ਵਿੱਚ ਇਹਨਾਂ ਦੇ ਮੁਗਲਾਂ ਬਾਰੇ ਪੜ੍ਹ ਰਹੇ ਆ। ਕਹਿੰਦੇ 16ਵੀਂ ਸਦੀ ਦੇ ਵਿੱਚ ਕਿਹਦਾ, ਜਿਹੜੀਆਂ ਤੋਪਾਂ ਹੁੰਦੀਆਂ, ਤੋਪਾਂ ਤੇ ਜਿਹੜਾ ਗੋਲਾਬਾਰੀ ਵਾਲਾ ਬਰੂਦ ਹੁੰਦਾ, ਜਿਹੜਾ ਗੋਲਾਬਾਰੀ ਵਾਲਾ ਕੀ ਹੁੰਦਾ ਵਾ, ਬਰੂਦ ਹੁੰਦਾ ਵਾ, ਇਹਦਾ ਪਹਿਲੀ ਵਾਰੀ ਇਸਤੇਮਾਲ ਹੋਇਆ ਸੀ। ਇਸ ਪੁਆਇੰਟ ਨੂੰ ਯਾਦ ਰੱਖਿਓ। ਪਹਿਲੀ ਵਾਰੀ ਇਸਤੇਮਾਲ ਫਿਰ ਕਿਹਨੇ ਕੀਤਾ, ਬਾਬਰ ਨੇ ਹੀ ਕੀਤਾ ਸੀ। ਕਿਹਨੇ ਕੀਤਾ ਸੀ, ਬਾਬਰ ਨੇ ਕੀਤਾ ਸੀ। ਕਿਹੜੀ ਲੜਾਈ ਦੇ ਵਿੱਚ, ਆਹੀ पानीपत वाली लड़ाई दे विच। इस पॉइंट नूं तुसीं याद रखियो। आ देखो इन्हां ने फोटोआं भी दित्तियां पूरियां, ठीक है, आ देखो, ठीक है, तोपखाने दीयां फोटोआं किवें किवें ओ पानीपत दी लड़ाई दी फोटो दित्ती उन्हां ने, बहुत ही सोहनी। मैं चैप्टर टैलीग्राम ते भेज दूंगी, एक बारी खुद रीड जरूर करियो चैप्टर नूं, ठीक है। इस तो बाद आपां अगे चलदे आ। अगे अगला पॉइंट भी जिहड़ा वा बहुत ही ज्यादा इंपॉर्टेंट आ। अगे कहंदे आ कि उत्तराधिकारी मतलब जिहड़े मुगल सी उत्तराधिकारी बनाउण संबंधी इन्हां दीयां किहड़ियां सीगीयां परंपरावां। बई जिहड़ा आ वाला पॉइंट आ ना, ये बहुत ही ज्यादा इंपॉर्टेंट आ। क्यों, देखो मुगलों दीयां उत्तराधिकारी संबंधी परंपरावां दो अवस्थावां हुंदियां उत्तराधिकारी चुणन दीयां। एक हुंदी आ ज्येष्ठाधिकार ते एक हुंदी आ सहदायाद। ज्येष्ठाधिकार जिहड़ा सी ओहदी ये परंपरा हुंदी भी सिर्फ वड्डा पुत्तर ही जिहड़ा वा उत्तराधिकारी बन सकदा वा, सारी प्रॉपर्टी दा हकदार भी ओही है, ठीक है। ये चीज ज्येष्ठाधिकार दे विच
श्रेष्ठ पुत्र NCERT ਦੇ ਵਿੱਚ ਲਿਖਿਆ ਹੋਊਗਾ CTET ਵਾਲਿਆਂ ਨੂੰ श्रेष्ठ ਪੁੱਤਰ ਹੀ ਜਿਹੜਾ ਵਾ ਉੱਤਰਾਧਿਕਾਰੀ ਹੋ ਸਕਦਾ, ਯਾਨੀ ਕਿ ਵੱਡਾ ਪੁੱਤਰ ਹੀ ਉੱਤਰਾਧਿਕਾਰੀ ਹੋ ਸਕਦਾ। ਇਹ ਕਿਹੜੀ ਪਰੰਪਰਾ ਸੀ? ਜੇਸ਼ਟਾਧਿਕਾਰ ਦੀ। ਪਰ ਇਹਦੇ ਉਲਟ ਜਿਹੜਾ ਸਹਿਜਾਯਾਦ ਪਰੰਪਰਾ ਵਾ ਇਹਦੇ ਵਿੱਚ ਇਹ ਸੀ ਕਿ ਸਾਰੀ ਜਾਇਦਾਦ ਜਿਹੜੀ ਆ ਸਾਰੇ ਪੁੱਤਰਾਂ ਵਿੱਚ ਵੰਡ ਦਿੱਤੀ ਜਾਂਦੀ ਸੀ। ਠੀਕ ਆ, ਹੁਣ ਗੱਲ ਆਉਂਦੀ ਆ ਕਿ ਮੁਗਲ, ਇਹ ਪੁੱਛਿਆ ਗਿਆ ਵਾ CTET ਦੇ ਵਿੱਚ, ਕਹਿੰਦੇ ਵੀ ਮੁਗਲ ਉੱਤਰਾਧਿਕਾਰੀ ਦੀ ਕਿਹੜੀ ਪਰੰਪਰਾ ਨੂੰ ਅਪਣਾਉਂਦੇ ਸੀ, ਤਾਂ ਬਹੁਤ ਸਾਰੇ ਬੱਚੇ ਉੱਥੇ ਜੇਸ਼ਟਾਧਿਕਾਰ ਟਿਕ ਕਰਕੇ ਆਉਣਗੇ। ਜੇਸ਼ਟਾਧਿਕਾਰ ਵੀ ਬੋਲਣ 'ਚ ਵੀ ਐਂ ਲੱਗਦਾ ਵੀ ਇਹ ਰਾਈਟ ਹੁੰਦਾ, ਪਰ ਨਹੀਂ। ਮੁਗਲ ਜਿਹੜੇ ਆ ਉਹ ਸਹਿਜਾਯਾਦ ਪਰੰਪਰਾ ਨੂੰ ਅਪਣਾਉਂਦੇ ਸੀ। ਸਹਿਜਾਯਾਦ ਪਰੰਪਰਾ ਮਤਲਬ ਕਿ ਸਾਰੀ ਜਾਇਦਾਦ ਜਿਹੜੀ ਆ ਸਾਰੇ ਪੁੱਤਰਾਂ ਦੇ ਵਿੱਚ ਵੰਡ ਦਿੱਤੀ ਜਾਂਦੀ ਸੀ। ਠੀਕ ਆ, ਹੁਣ ਇਹ ਜਿਹੜੇ ਮੁਗਲ ਸੀ ਉਹ ਸਹਿਜਾਯਾਦ ਪਰੰਪਰਾ ਨੂੰ ਹੀ ਕਿਉਂ ਅਪਣਾਉਂਦੇ ਸੀ? ਕਿਉਂਕਿ ਉਹ ਮਾਣ ਕੀਤੇ ਮਹਿਸੂਸ ਕਰਦੇ ਸੀ, ਤੈਮੂਰ ਦੇ ਵੰਸ਼ ਹੋਣ ਦੇ ਵਿੱਚੋਂ ਆਪਣੇ ਆਪ ਤੇ ਗਰਵ ਮਹਿਸੂਸ ਕਰਦੇ ਸੀ। ਠੀਕ ਆ, ਤੇ ਹੁਣ ਜਿਹੜਾ ਤੈਮੂਰ ਆ ਉਹਦੇ ਵੰਸ਼ ਦੇ ਵਿੱਚ ਕਿਹੜੀ ਪਰੰਪਰਾ ਚੱਲਦੀ ਸੀ? ਸਹਿਜਾਯਾਦ ਚੱਲਦੀ ਸੀ। ਠੀਕ ਆ, ਤੇ ਉਧਰੋਂ ਜਿਹੜੇ ਚੰਗੇਜ਼ ਖਾਨ ਦੇ ਵੰਸ਼ ਦੇ ਵਿੱਚੋਂ ਸੀ ਮੰਗੋਲ, ਉਹ ਜੇਸ਼ਟਾਧਿਕਾਰ ਦੀ ਪਰੰਪਰਾ ਚਲਾਉਂਦੇ ਸੀ। ਤੇ ਮੰਗੋਲ ਕਹਿਣਾ ਦੇ ਆਪਣੇ ਆਪ ਨੂੰ ਪਸੰਦ ਨਹੀਂ ਸੀ ਕਰਦੇ, ਫਿਰ ਇਹ ਇਸ ਪਰੰਪਰਾ ਨੂੰ ਵੀ ਕਿਉਂ ਅਪਣਾਉਂਦੇ? ਸੋ ਜਿਹੜੀ ਸਹਿਜਾਯਾਦ ਆ ਤੈਮੂਰ ਦੇ ਵੰਸ਼ ਦੇ ਵਿੱਚ ਵੀ ਇਹ ਸਹਿਜਾਯਾਦ ਹੀ ਅਪਣਾਈ ਜਾਂਦੀ ਸੀ। ਇਸੇ ਹੀ ਕਰਕੇ ਮੁਗਲਾਂ ਨੇ ਕਿਹੜੀ ਪਰੰਪਰਾ ਨੂੰ ਅਪਣਾਇਆ? ਸਹਿਜਾਯਾਦ ਪਰੰਪਰਾ ਨੂੰ ਇਹਨਾਂ ਨੇ ਅਪਣਾਇਆ। ਇਹ ਪੁਆਇੰਟ ਤੁਸੀਂ ਯਾਦ ਰੱਖਣੇ। ਉਸ ਤੋਂ ਬਾਅਦ ਆਹ 2 ਪੁਆਇੰਟ ਇੰਪੋਰਟੈਂਟ ਮੈਂ ਤਾਂ ਲਿਖੇ ਆ। ਜਿਹੜੀ ਜਹਾਂਗੀਰ ਦੀ ਮਾਤਾ ਸੀ, ਜਿਹੜੀ ਜਹਾਂਗੀਰ ਦੀ ਮਾਤਾ ਸੀ ਉਹ ਕਸ਼ਵਾ ਦੇ ਰਾਜੇ, ਕਸ਼ਵਾ ਕਿੱਥੇ ਆ? ਅੰਬਰ ਦੇ ਵਿੱਚ। ਠੀਕ ਆ, ਅੰਬਰ ਦੇ ਵਿੱਚ, ਸੌਰੀ ਅੰਬਰ ਨਹੀਂ, ਅੰਬਰ ਰਾਜੇ ਦਾ ਨਾਂ ਹੀ। ਠੀਕ ਆ, ਇਹ ਜਿਹੜਾ ਇਲਾਕਾ ਵਾ ਅੱਜ ਕੱਲ ਇਹ ਹੋਊਗਾ ਜੈਪੁਰ ਦੇ ਵਿੱਚ। ਜਿਹੜਾ ਕਸ਼ਵਾ ਵਾ ਇਹ ਜੈਪੁਰ ਦੇ ਵਿੱਚ ਆ। ਜੈਪੁਰ ਕਿੱਥੇ ਆ? ਰਾਜਸਥਾਨ ਦੇ ਵਿੱਚ। ਠੀਕ ਆ, ਕਸ਼ਵਾ ਦੇ ਰਾਜੇ ਅੰਬਰ। ਠੀਕ ਆ, ਅੰਬਰ ਰਾਜਾ ਕਿਹੜਾ ਸੀ? ਰਾਜਪੂਤ ਰਾਜਾ ਸੀ। ਯਾਨੀ ਕਿ ਅੰਬਰ ਰਾਜਾ ਜਿਹੜਾ ਰਾਜਪੂਤ ਸੀ ਉਹਦੀ ਪੁੱਤਰੀ ਸੀ ਜਿਹੜੀ ਜਹਾਂਗੀਰ ਦੀ ਮਾਤਾ ਸੀ, ਸਮਝਿਓ। ਪਰ ਜਿਹੜੀ ਸ਼ਾਹਜਹਾਨ ਦੀ ਮਾਤਾ ਸੀ ਉਹ ਮਾਰਵਾੜ ਰਠੌਰ ਰਾਜੇ ਦੀ ਪੁੱਤਰੀ ਸੀ। ਹੁਣ ਵੇਖੋ, ਜਿਹੜੀ ਜਹਾਂਗੀਰ ਦੀ ਮਾਤਾ ਵਾ ਉਹ ਸ਼ਾਹਜਹਾਨ ਦੀ ਕੀ ਲੱਗੀ? ਦਾਦੀ ਲੱਗੀ। ਠੀਕ ਆ, ਯਾਨੀ ਕਿ ਜਿਹੜੀ ਸ਼ਾਹਜਹਾਨ ਦੀ ਦਾਦੀ ਸੀ ਉਹ ਕਸ਼ਵਾ ਦੇ ਰਾਜੇ ਅੰਬਰ ਰਾਜਪੂਤ ਦੀ ਪੁੱਤਰੀ ਸੀ। ਪਰ ਜਿਹੜੇ ਸ਼ਾਹਜਹਾਨ ਦੀ ਮਾਤਾ ਸੀ ਕਿਹਦੀ ਹੋ ਗਈ? ਯਾਨੀ ਕਿ ਉਹਦੀ ਨੂੰਹ ਹੋ ਗਈ ਅੱਗੋਂ। ਉਹ ਕਿੱਥੋਂ ਦੀ ਸੀ? ਉਹ ਮਾਰਵਾੜ ਦੇ ਰਠੌਰ ਰਾਜੇ ਦੀ ਪੁੱਤਰੀ ਸੀ। ਠੀਕ ਆ, ਇਸ ਪੁਆਇੰਟ ਨੂੰ ਤੁਸੀਂ ਸਮਝਿਓ। ਅੱਗੇ ਆਪਾਂ ਕਰਾਂਗੇ ਕਿ ਹੋਰ ਸ਼ਾਸਕਾਂ ਦੇ ਨਾਲ ਇਹਨਾਂ ਦੇ ਕਿੱਦਾਂ ਦੇ ਸੰਬੰਧ ਰਹੇ, ਮੁਗਲਾਂ ਦੇ ਹੋਰ ਜਿਹੜੇ ਦੂਜੇ ਤੀਜੇ ਸ਼ਾਸਕ ਸੀਗੇ ਉਹਨਾਂ ਨਾਲ ਇਹਨਾਂ ਦੇ ਕੀ ਸੰਬੰਧ ਰਹੇ। ਜਿਹੜੇ ਮੰਗੋਲ ਸੀ ਹਨਾ, ਜਿਹੜੇ ਮੁਗਲ ਸੀ ਉਹਨਾਂ ਨੇ ਕੀ ਕੀਤਾ? ਰਾਜਪੂਤ ਰਾਜਿਆਂ ਨੂੰ ਇਹਨਾਂ ਨੇ ਬਹੁਤ ਹਰਾਇਆ। ਹੋਇਆ ਕੀ? ਜਦੋਂ ਇਹ ਰਾਜਪੂਤ ਰਾਜਿਆਂ ਨੂੰ ਹਰਾਉਂਦੇ ਰਹੇ ਤੇ ਇਹਨਾਂ ਦੀ ਵੱਧਦੀ ਸ਼ਕਤੀ ਕਾਰਨ ਰਾਜਪੂਤ ਰਾਜਿਆਂ ਨੇ ਇਹਨਾਂ ਨਾਲ ਮਿੱਤਰਤਾ ਪੂਰਵਕ ਸੰਬੰਧ ਸਥਾਪਿਤ ਕਰ ਲਏ। ਯਾਨੀ ਕਿ ਜਦੋਂ ਰਾਜਪੂਤ ਰਾਜੇ ਇਹਨਾਂ ਤੋਂ ਹਾਰ ਜਾਂਦੇ ਸੀ ਤਾਂ ਉਹ ਜਿਹੜੇ ਸੀ, ਜਦੋਂ ਉਹਨਾਂ ਦਾ ਕੋਈ ਵੱਸ ਨਹੀਂ ਸੀ ਚੱਲਦਾ ਤੇ ਉਹ ਕੀ ਕਰਦੇ ਸੀ? ਮੁਗਲਾਂ ਦੇ ਨਾਲ ਮਿੱਤਰਤਾ ਪੂਰਵਕ ਸੰਬੰਧ ਸਥਾਪਿਤ ਕਰ ਲੈਂਦੇ ਸੀ। ਅੱਗੋਂ ਜਿਹੜੇ ਮੁਗਲ ਸੀ ਉਹ ਵੀ ਕੀ ਕਰਦੇ ਸੀ? ਇਹਨਾਂ ਨੂੰ ਵੱਡੀਆਂ ਵੱਡੀਆਂ ਜਗੀਰਾਂ ਦੇ ਦਿੰਦੇ ਸੀ, ਇਹਨਾਂ ਨੂੰ ਉੱਚੇ ਅਹੁਦਿਆਂ ਤੇ ਬਿਠਾ ਦਿੰਦੇ ਸੀ। ਕਹਿੰਦੇ ਮਿੱਤਰਤਾ ਪੂਰਵਕ ਸੰਬੰਧ ਵੀ ਏਦਾਂ ਦੇ ਸਥਾਪਿਤ ਕਰ ਲਏ ਵੀ ਮੁਗਲਾਂ ਨਾਲ ਇਹਨਾਂ ਰਾਜਪੂਤਾਂ ਨੇ ਆਪਣੀਆਂ ਕੁੜੀਆਂ ਦੇ ਵਿਆਹ ਵੀ ਕੀਤੇ। ਕਹਿੰਦੇ ਇੱਥੋਂ ਤੱਕ ਜਿਹੜੇ ਮੁਗਲ ਰਾਜਪੂਤ ਰਾਜੇ ਸੀ ਉਹਨਾਂ ਨੇ ਮੁਗਲਾਂ ਦੇ ਨਾਲ ਏਦਾਂ ਦੇ ਮਿੱਤਰਤਾ ਪੂਰਵਕ ਸੰਬੰਧ ਸਥਾਪਿਤ ਕੀਤੇ ਵੀ ਇਹਨਾਂ ਨੇ ਆਪਣੀਆਂ ਕੁੜੀਆਂ ਦੇ ਜਿਹੜੇ ਰਿਸ਼ਤੇ ਸੀਗੇ ਰਾਜਪੂਤਾਂ ਨੇ ਮੁਗਲਾਂ ਦੇ ਨਾਲ ਕੀਤੇ। ਪਰ ਕਹਿੰਦੇ ਸਾਰੇ ਨਹੀਂ, ਇਸ ਗੱਲ ਤੇ ਕਈ ਰਾਜਪੂਤ ਰਾਜਿਆਂ ਨੇ ਵਿਰੋਧ ਵੀ ਕੀਤਾ ਸੀ। ਇਹ ਕੰਮ ਸਾਰੇ ਰਾਜਪੂਤਾਂ ਨੇ ਨਹੀਂ ਸੀ ਕੀਤਾ। ਕੁਝ ਰਾਜਪੂਤ ਰਾਜੇ ਜਿਹੜੇ ਸੀਗੇ ਇਹਨਾਂ ਰਾਜਪੂਤਾਂ ਦੇ ਵਿਰੋਧ ਵਿੱਚ ਖੜੇ ਹੋ ਗਏ ਸੀ, ਕਹਿੰਦੇ ਵੀ ਇਹ ਤੁਸੀਂ ਗਲਤ ਕਰ ਰਹੇ ਆ। ਠੀਕ ਆ, ਹੁਣ ਜਦੋਂ ਗੱਲ ਆਉਂਦੀ ਆ ਵੀ ਕੁਝ ਰਾਜਪੂਤਾਂ ਨੇ ਵਿਰੋਧ ਵੀ ਕੀਤਾ ਸੀ। ਇੱਕ ਬਹੁਤ ਹੀ ਫੇਮਸ ਜਿਹੜਾ ਹੈਗਾ ਵਾ, ਫੇਮਸ ਨਹੀਂ ਸੌਰੀ ਇੰਪੋਰਟੈਂਟ ਆ। ਠੀਕ ਹੈ, ਮੇਵਾੜ ਦਾ ਸਿਸੋਦੀਆ ਰਾਜਾ ਪੁੱਛਿਆ ਜਾ ਸਕਦਾ ਵਾ ਵੀ ਕਿਹੜਾ ਰਾਜਪੂਤ ਰਾਜਾ ਸੀਗਾ ਵੀ ਜਿਹੜਾ ਲੰਬੇ ਸਮੇਂ ਤੱਕ ਜਿਹੜਾ ਵਾ ਮੁਗਲਾਂ ਦਾ ਵਿਰੋਧ ਕਰਦਾ ਰਿਹਾ। ਮੇਵਾੜ ਦਾ ਸਿਸੋਦੀਆ ਰਾਜਾ
ਰਾਜਪੂਤ ਲੰਬੇ ਸਮੇਂ ਤੱਕ ਮੁਗਲਾਂ ਦੀ ਸੱਤਾ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਰਿਹਾ। ਠੀਕ ਹੈ, ਬਹੁਤ ਲੰਮਾ ਸਮਾਂ ਇਹ ਇਨਕਾਰ ਕਰਦਾ ਰਿਹਾ। ਠੀਕ ਹੈ, ਅਣਖੀ ਜਿਹਾ ਬੰਦਾ ਸੀ ਨਾ, ਬੜੇ ਸਾਲ। ਜਦੋਂ ਇਹਦਾ ਨਹੀਂ ਕੋਈ ਵਸ ਚੱਲਿਆ ਤੇ ਅਖੀਰ ਇਹਨੂੰ ਅਧੀਨਤਾ ਜਿਹੜੀ ਸੀ ਮੁਗਲਾਂ ਦੀ ਜਿਹੜੀ ਸੀ ਸਵੀਕਾਰ ਕਰਨੀ ਪਈ। ਠੀਕ ਹੈ, ਮੁਗਲਾਂ ਦੀ ਨਾ ਇੱਕ ਗੱਲ ਪਤਾ ਕੀ ਸੀ, ਸਮਝੋ ਇਸ ਚੀਜ਼ ਨੂੰ, ਉਹਨਾਂ ਚਿਰ ਤਾਂ ਇਹ ਮਤਲਬ ਕਿ ਉਸ ਬੰਦੇ ਦੇ ਦੁਸ਼ਮਣ ਬਣੇ ਰਹਿੰਦੇ ਸੀ ਜਿੰਨਾ ਚਿਰ ਉਹ ਬੰਦਾ ਉਹਦੀ ਕੋਈ ਵੀ ਆ ਉਹਨਾਂ ਦੀ ਅਧੀਨਤਾ ਸਵੀਕਾਰ ਨਹੀਂ ਕਰ ਲੈਂਦਾ ਸੀ। ਇਹ ਇਹਨਾਂ ਦਾ ਕਹਿ ਲਓ ਵੀ ਪਤਾ ਨਹੀਂ ਇਹਨਾਂ ਦਾ ਕੀ ਸੀ, ਪਰ ਇਹਨਾਂ ਦਾ ਇੱਕ ਗੁਣ ਇਹ ਸੀ, ਇਹਨਾਂ ਦਾ ਇੱਕ ਇਹ ਗੁਣ ਮੈਂ ਨਹੀਂ ਕਹਿ ਰਹੀ, ਇਹ NCERT ਕਹਿ ਰਹੀ ਆ। NCERT ਕਹਿੰਦੀ ਆ ਵੀ ਜਿਹੜੇ ਮੁਗਲ ਸੀ ਸਿਰਫ ਤੇ ਸਿਰਫ ਔਰੰਗਜ਼ੇਬ ਨੂੰ ਛੱਡ ਕੇ, ਠੀਕ ਆ, ਔਰੰਗਜ਼ੇਬ ਨੂੰ ਛੱਡ ਕੇ, ਮੈਂ ਤੁਹਾਨੂੰ ਰੀਜ਼ਨ ਦੱਸੂਗੀ ਵੀ ਔਰੰਗਜ਼ੇਬ ਦੇ ਉਤੋਂ ਹੀ ਮੁਗਲਾਂ ਦਾ ਪਤਨ ਕਿਉਂ ਹੋਇਆ। ਇਹੀ ਵਜ੍ਹਾ ਵਾ, ਔਰੰਗਜ਼ੇਬ ਨੂੰ ਛੱਡ ਕੇ ਮੁਗਲ ਜਿੰਨੇ ਵੀ ਮੁਗਲ ਸ਼ਾਸਕ ਆਏ ਆ ਉਹਨਾਂ ਦੇ ਵਿੱਚ ਗੁਣ ਇਹ ਹੀ ਵੀ ਜਿੰਨਾ ਚਿਰ ਬੰਦਾ ਉਹਨਾਂ ਦੀ ਅਧੀਨਤਾ ਸਵੀਕਾਰ ਨਹੀਂ ਕਰਦਾ ਉਹਨਾਂ ਚਿਰ ਤੇ ਉਹਦੇ ਅਗੇਂਸਟ ਖੜੇ ਰਹਿੰਦੇ ਸੀ, ਉਹਦੇ ਤੇ ਬਹੁਤ ਜ਼ੁਲਮ ਢਾਉਂਦੇ ਸੀ। ਪਰ ਜਦੋਂ ਕੋਈ ਜਿਵੇਂ ਫੋਰ ਐਗਜ਼ਾਮਪਲ ਰਾਜਪੂਤ ਹੀ ਸੀ ਹਨਾ, ਜਦੋਂ ਇਹਨਾਂ ਦੀ ਅਧੀਨਤਾ ਸਵੀਕਾਰ ਕਰ ਗਏ ਤੇ ਉਹਨਾਂ ਦੇ ਨਾਲ ਸਨੇਹ ਭਰਿਆ ਵਿਵਹਾਰ ਕਰਦੇ ਸੀ, ਹਮਦਰਦੀ ਭਰਿਆ, ਪੋਲਾਈਟਲੀ ਪੇਸ਼ ਆਉਂਦੇ ਸੀ। ਠੀਕ ਆ, ਤੇ ਉਹਨਾਂ ਨੂੰ ਉੱਚੇ ਉੱਚੇ ਅਹੁਦਿਆਂ ਤੇ ਬਿਠਾ ਦਿੰਦੇ ਸੀ। ਠੀਕ ਆ, ਇਹੀ ਕਾਰਨ ਆ ਕਿ ਜਿਹੜੇ ਸੀਗੇ ਮਤਲਬ ਇਹਨਾਂ ਦਾ ਕਾਫੀ ਕਹਿ ਲਓ ਵੀ ਉਸ ਸਮੇਂ ਇਹ ਸੱਤਾ ਦੇ ਵਿੱਚ ਜ਼ਿਆਦਾ ਸਮਾਂ ਟਿਕੇ ਰਹੇ ਹਨਾ, ਮਤਲਬ ਵਧੀਆ ਲੋਕ ਇਹਨਾਂ ਨੂੰ ਪਸੰਦ ਕਰਨ ਲੱਗ ਗਏ। ਤਾਂ ਬਸ ਇਹਨਾਂ ਦਾ ਆਹੀ ਇੱਕ ਗੁਣ ਕਰਕੇ ਸੀ, ਹੋਰ ਇਹਨਾਂ ਦਾ ਕੋਈ ਗੁਣ ਨਹੀਂ ਸੀ। ਪਰ ਔਰੰਗਜ਼ੇਬ ਨੇ ਉਲਟੀ ਕਰਤਾ ਸਾਰਾ। ਇਹਨੇ ਕੀ ਕੀਤਾ ਵੀ ਇਹ ਬਹੁਤ ਹੀ ਕੱਟੜ ਜਿਹਾ ਸੀਗਾ, ਇਹਨੇ ਬਹੁਤ ਹੀ ਜ਼ੁਲਮ ਢਾਏ, ਇੱਥੋਂ ਤੱਕ ਕਿ ਇਹਦੇ ਦਰਬਾਰ ਦੇ ਵਿੱਚ ਜੇ ਕੋਈ ਅਧੀਨਤਾ ਵੀ ਸਵੀਕਾਰ ਕਰਕੇ ਆ ਜਾਂਦਾ ਸੀ ਤਾਂ ਇਹ ਉਹਦੇ ਤੇ ਵੀ ਜ਼ੁਲਮ ਢਾਉਣ ਲੱਗ ਪੈਂਦਾ ਸੀ। ਫੋਰ ਐਗਜ਼ਾਮਪਲ ਇਹਨੇ ਨਾ ਇੱਕ ਪਤਾ ਨਹੀਂ ਕਿਹਨੂੰ, ਮੈਨੂੰ ਹੁਣ ਭੁੱਲ ਗਿਆ, ਆਪਾਂ ਅੱਗੇ ਚੈਪਟਰ ਕਰਨੇ ਆ, ਉਹ ਇਹਦੇ ਦਰਬਾਰ ਦੇ ਵਿੱਚ ਆਉਂਦਾ ਵਾ, ਮਤਲਬ ਇਹਨੇ ਕੈਦ ਕੀਤਾ ਹੁੰਦਾ ਵਾ, ਮੈਂ ਨਾਮ ਭੁੱਲ ਗਈ, ਕੋਈ ਉਹ ਸੀਗਾ ਆਪਣਾ, ਕੋਈ ਰਠੌਰ ਸੀਗਾ ਸ਼ਾਇਦ ਹਨਾ, ਉਹਨੂੰ ਇਹਨੇ ਔਰੰਗਜ਼ੇਬ ਨੇ ਕੈਦ ਕੀਤਾ ਹੁੰਦਾ ਵਾ। ਠੀਕ ਆ, ਕੈਦ ਕੀਤਾ ਹੁੰਦਾ ਵਾ ਤੇ ਜਦੋਂ ਇਹਨੂੰ ਦਰਬਾਰ ਦੇ ਸਾਹਮਣੇ ਉਹਨੂੰ ਪੇਸ਼ ਕੀਤਾ ਜਾਂਦਾ ਵਾ ਤੇ ਔਰੰਗਜ਼ੇਬ ਉਹਦਾ ਬਹੁਤ ਅਪਮਾਨ ਕਰਦਾ, ਬਹੁਤ ਜ਼ਿਆਦਾ ਅਪਮਾਨ ਕਰਦਾ। ਪਰ ਇਸ ਤੋਂ ਪਹਿਲਾਂ ਸ਼ਾਹਜਹਾਂ ਹੋਇਆ, ਜਹਾਂਗੀਰ ਹੋਇਆ, ਠੀਕ ਹੈ, ਅਕਬਰ ਹੋਇਆ, ਇਹ ਏਦਾਂ ਨਹੀਂ ਸੀ ਕਰਦੇ। ਜਾਨੀ ਕਿ ਔਰੰਗਜ਼ੇਬ ਨੇ ਸਿਸਟਮ ਹੀ ਬਿਲਕੁਲ ਉਲਟ ਚੱਕ ਲਿਆ ਸੀ। ਬਸ ਔਰੰਗਜ਼ੇਬ ਦੀਆਂ ਇਹੋ ਜਿਹੀਆਂ ਭੈੜੀਆਂ ਨੀਤੀਆਂ ਕਾਰਨ ਹੀ ਮੁਗਲ ਵੰਸ਼ ਜਿਹੜਾ ਸੀ ਉਹ ਪਤਨ ਦੇ ਵਿੱਚ ਚਲਾ ਗਿਆ। ਇਹੀ ਕਾਰਨ ਆ। ਠੀਕ ਹੈ, ਇਹ ਸਾਰੀ ਦੀ ਸਾਰੀ ਸਟੋਰੀ ਤੁਸੀਂ ਯਾਦ ਰੱਖ ਲਿਓ। ਠੀਕ ਹੈ, ਅੱਗੇ ਆਪਾਂ ਚੱਲਦੇ ਹਾਂ। ਅੱਗੇ ਜਿਹੜੇ ਕਨਸੈਪਟ ਆਉਂਦੇ ਆ ਨਾ ਉਹ ਮੋਸਟ ਇੰਪੋਰਟੈਂਟ ਆ, ਸ਼ਾਇਦ ਤੁਹਾਨੂੰ ਅੱਜ ਤੱਕ ਸਮਝ ਨਹੀਂ ਆਏ ਹੋਣਗੇ। ਇਹਨਾਂ ਦੀ ਜ਼ਬਤ ਪ੍ਰਣਾਲੀ, ਠੀਕ ਆ, ਇਹਨਾਂ ਦੀ ਮਨਸਬਦਾਰ ਪ੍ਰਬੰਧ, ਇਹ ਸਾਰਾ ਕੁਝ ਅੱਗੇ ਆਪਾਂ ਪੜ੍ਹਦੇ ਹਾਂ। ਇਹਦੇ ਨਾਲ ਆਪਣਾ ਅੱਗੋਂ ਫਿਰ ਚੈਪਟਰ ਫਿਨਿਸ਼ ਹੋ ਜਾਊਗਾ। ਮਨਸਬਦਾਰ ਸ਼ਬਦ ਜਿਹੜਾ ਵਾ ਮਤਲਬ ਇਤਿਹਾਸ ਔਖਾ ਨਹੀਂ ਆ, ਤੁਸੀਂ ਇਹਨੂੰ ਪਤਾ ਨਹੀਂ ਸ਼ਬਦਾਂ ਨੂੰ ਸੁਣ ਕੇ ਕਨਫਿਊਜ਼ ਹੋ ਜਾਂਦੇ ਹੋ, ਤੁਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਮਨਸਬਦਾਰ ਕੁਛ ਨਹੀਂ ਆ। ਠੀਕ ਹੈ, ਮੈਂ ਇੱਕ ਚੀਜ਼ ਦਾਅਵੇ ਨਾਲ ਕਹਿੰਦੀ ਹਾਂ, ਮੇਰੇ ਕੋਲੋਂ ਜਦੋਂ ਤੁਸੀਂ ਹਿਸਟਰੀ ਪੜ੍ਹੋਗੇ ਤੁਹਾਡੇ ਬਹੁਤ ਸਾਰੇ ਡਾਊਟ ਕਲੀਅਰ ਹੁੰਦੇ ਜਾਣਗੇ। ਠੀਕ ਹੈ, ਹੁਣ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਬੜੀ ਪਰਫੈਕਟ ਆ, ਮੇਰੇ ਵਰਗੀ ਕੋਈ ਕਲਾਸ ਨਹੀਂ ਹੋਣੀ YouTube ਤੇ, ਮੈਂ ਇਹ ਆ ਉਹ ਆ, ਏਦਾਂ ਦੀ ਗੱਲ ਨਹੀਂ ਆ। ਜਦ ਕਿ ਗੱਲ ਇਹ ਆ ਕਿ ਜਿਹੜਾ ਬੰਦਾ ਖੁਦ ਕੰਪੈਰੀਜ਼ਨ ਕਰਕੇ ਪੜ੍ਹ ਰਿਹਾ ਵਾ, ਉਹ ਸੋਚੋ ਵੀ ਉਹ ਮਤਲਬ ਮੈਂ ਰਾਤਾਂ ਨੂੰ ਬੈਠ ਕੇ ਜਾ ਕੇ ਮੈਂ ਦੋਨਾਂ ਬੋਰਡ ਦਾ, ਠੀਕ ਹੈ, NCERT ਦਾ, ਠੀਕ ਹੈ, NCERT ਦਾ ਤੇ PSEB ਦਾ ਐਨਾਲਿਸਿਸ ਕਰਦੀ ਆ। ਉਹਦੇ ਤੋਂ ਫਿਰ ਮੈਂ ਸਾਰਾ ਡਾਟਾ ਜਿਹੜਾ ਵਾ ਉਹਦੀ ਕਲੈਰੀਫਿਕੇਸ਼ਨ ਕਰਦੀ ਆ, ਫਿਰ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਣੀ ਆ। ਹੁਣ ਚਲੋ ਤੁਸੀਂ ਮਨਸਬਦਾਰ ਨੂੰ ਸਮਝੋ। ਮਨਸਬਦਾਰ ਕੀ ਸੀ? ਕਹਿੰਦੇ ਮੁਗਲਾਂ ਦੀ ਸੇਵਾ ਵਿੱਚ ਆਉਣ ਵਾਲੇ ਨੌਕਰਸ਼ਾਹ ਮਨਸਬਦਾਰ ਕਹਿਲਾਉਂਦੇ ਸੀ। ਮਤਲਬ ਕਿ ਮੁਗਲਾਂ ਦੀ ਸੇਵਾ ਵਿੱਚ, ਯਾਨੀ ਕਿ ਮੁਗਲਾਂ ਦੇ ਦਰਬਾਰ ਦੇ ਵਿੱਚ ਕੋਈ ਉਹ ਨੌਕਰੀ ਕਰਦੇ ਸੀ, ਕੋਈ ਕੁਛ ਵੀ ਕਰਦੇ ਸੀ ਹਨਾ, ਉਹਨਾਂ ਦੀ ਸੇਵਾ ਵਿੱਚ ਆਉਂਦੇ ਸੀ, ਉਹਨਾਂ ਲਈ ਕੰਮ ਕਰਦੇ ਸੀ, ਜਿੱਦਾਂ ਮਰਜ਼ੀ ਸਮਝ ਲਓ। ਉਹ ਕੀ ਕਹਿਲਾਉਂਦੇ ਸੀ? ਉਹ ਕਹਿਲਾਉਂਦੇ ਸੀ ਮਨਸਬਦਾਰ। ਠੀਕ ਆ, ਮਨਸਬਦਾਰ ਉਹਨੂੰ ਕਿਹਾ ਜਾਂਦਾ ਸੀ ਜਿਸ ਨੂੰ ਕੋਈ ਸਰਕਾਰੀ ਅਹੁਦਾ ਮਿਲਦਾ ਸੀ।
ਜਾਨੀ कि मुगल हुण क्योंकि वेखो कि मुगल काल की दिल्ली ते राज कर रहे अगले हना। हुण कहंदे भी मुगलां हुण सरकारी अहुदा मतलब कि मुगलां दे दरबार दे विच उहनूं कोई सरकारी अहुदा प्राप्त हुंदा सी, ਉਹ ਬੰਦਾ ਮਨਸਬਦਾਰ कहलाउंदा सी। ठीक है, फिर कहंदे ਇਹ ਮੁਗਲਾਂ ਦੁਆਰਾ ਚਲਾਈ ਗਈ ਅਜਿਹੀ ਪ੍ਰਣਾਲੀ ਸੀ ਜਿਸ ਦੁਆਰਾ ਅਹੁਦਾ ਤਨਖਾਹ ਅਤੇ ਸੈਨਿਕ ਕੰਮ ਨਿਰਧਾਰਿਤ ਕੀਤੇ ਜਾਂਦੇ ਸੀ। ठीक है, ਕਹਿੰਦੇ ਵੀ ਮਨਸਬਦਾਰੀ ਜਿਹੜੀ ਪ੍ਰਥਾ ਵਾ ਉਹ ਇੱਕ ਐਦਾਂ ਦੀ ਪ੍ਰਥਾ ਸੀ, ਉਹ ਇੱਕ ਐਦਾਂ ਦੀ ਪ੍ਰਣਾਲੀ ਸੀ ਜਿਹਦੇ ਦੁਆਰਾ ਕੀ ਕੀਤਾ ਜਾਂਦਾ ਸੀ, ਇੱਕ ਤਾਂ ਅਹੁਦਾ ਵੇਖਿਆ ਜਾਂਦਾ ਵੀ ਉਹਦਾ ਅਹੁਦਾ ਕੀ ਆ, ਫਿਰ ਉਹਦੀ ਤਨਖਾਹ ਕੀ ਆ, ਫਿਰ ਉਹਦੇ ਸੈਨਿਕ ਕੰਮ ਕੀ ਆ। ਕਹਿੰਦੇ ਇਹ ਪ੍ਰਣਾਲੀ ਸੀ ਇਹਨਾਂ ਦੀ ਮਨਸਬਦਾਰੀ ਪ੍ਰਣਾਲੀ। ਠੀਕ ਹੈ, ਪੁਆਇੰਟ ਨੂੰ ਯਾਦ ਰੱਖਿਓ। ਕਹਿੰਦੇ ਤਨਖਾਹ ਜਾਤ ਦੀ ਸੰਖਿਆ ਤੇ ਨਿਰਧਾਰਿਤ ਹੁੰਦੀ ਸੀ। ਜਾਤ ਦੀ ਸੰਖਿਆ ਸਮਝੋ ਇਸ ਚੀਜ਼ ਨੂੰ। ਠੀਕ ਹੈ, ਕੰਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਮੰਨ ਲਓ ਉਹਨਾਂ ਦੇ ਕੁਝ ਸੈਨਿਕ ਆ ਜਿਹੜੇ ਉਹਨਾਂ ਨੇ ਲੜਾਈਆਂ ਵਾਸਤੇ ਰੱਖੇ ਆ, ਕੁਝ ਉਹਨਾਂ ਦੇ ਦਰਬਾਰੀ ਸੈਨਿਕ ਆ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਨੇ ਕੋਈ ਕੰਮ ਦਿੱਤੇ ਆ। ਹੁਣ ਮੰਨ ਲਓ ਆਹ ਸੈਨਿਕ ਆ, ਇਹਨਾਂ ਦੀ ਸੰਖਿਆ ਜ਼ਿਆਦਾ ਆ, ਉਧਰੋਂ ਜਿਹੜੇ ਕੋਈ ਹੋਰ ਵਿਭਾਗ ਦੇ ਵਿੱਚ ਆ ਉਹਨਾਂ ਦੀ ਸੰਖਿਆ ਘੱਟ ਆ। ਠੀਕ ਹੈ, ਜਾਨੀ ਕਿ ਇਹਨਾਂ ਦੇ ਕਿਸੇ ਵੀ ਵਿਭਾਗ ਦੇ ਵਿੱਚ ਜਿਹੜੀ ਜਾਤ ਦੀ ਸੰਖਿਆ ਜ਼ਿਆਦਾ ਹੁੰਦੀ ਸੀ ਉਹਦੀ ਤਨਖਾਹ ਵੀ ਉਨੀ ਜ਼ਿਆਦਾ ਹੁੰਦੀ ਸੀ। ਸਮਝ ਲੱਗੀ ਨਾ ਇਸ ਚੀਜ਼ ਨੂੰ। ਮੈਂ ਇੱਥੇ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੀ ਆ। ਇਹ ਕਹਿੰਦੇ ਆ, ਇੱਕ ਮਿੰਟ कितने गया, हाँ कहते पद और वेतन का निर्धारण जात की संख्या पर निर्भर था। जात की संख्या जितनी अधिक होती थी दरबार में अभिजात की प्रतिष्ठा उतनी ही बढ़ जाती थी और उसका वेतन भी उतना ही अधिक होता सा। कहण दा भाव भी जिन्नी ज्यादा संख्या हुंदी सी किसी भी विभाग दे विच बंदियां दी उन्नी ज्यादा एक तां उन्हां दी प्रतिष्ठा वध हुंदी, मतलब अगलियां दी पूरी ਠਾਠ ਬਾਠ ਹੁੰਦੀ ਸੀ ਹਨਾ ਵੀ ਸਾਡੀ ਗਿਣਤੀ ਜ਼ਿਆਦਾ ਆ, ਮਤਲਬ ਕਿ ਅਸੀਂ ਜ਼ਿਆਦਾ ਕੰਮ ਕਰ ਰਹੇ ਹਾਂ ਮੁਗਲਾਂ ਵਾਸਤੇ ਹਨਾ ਵੀ ਸਾਡੀ ਗਿਣਤੀ ਜ਼ਿਆਦਾ। ਇੱਕ ਤਾਂ ਇਹ ਅਗਲਿਆਂ ਦੀ ਟੌਰ ਹੁੰਦੀ ਸੀ, ਦੂਜਾ ਇਹ ਵੀ ਇਸੇ ਹੀ ਵਜ੍ਹਾ ਕਰਕੇ ਉਹਨਾਂ ਦੀ ਸੈਲਰੀ ਵੀ ਜ਼ਿਆਦਾ ਹੁੰਦੀ ਸੀ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਿਓ। ਹੁਣ ਇਹ ਤੇ ਸਾਨੂੰ ਕਲੈਰੀਫਿਕੇਸ਼ਨ ਹੋ ਗਈ ਮਨਸਬਦਾਰ ਤੇ ਜਗੀਰਦਾਰ ਸੇਮ ਹੀ ਆ। ਠੀਕ ਆ, ਸੇਮ ਹੀ ਆ, ਇੱਕ ਦੂਜੇ ਤੋਂ ਸੈਪਰੇਟ ਨਹੀਂ ਹੈਗੇ ਸ਼ਬਦ। ਠੀਕ ਆ, ਹੁਣ ਇਹ ਤੇ ਹੋ ਗਿਆ ਵੀ ਸਾਡਾ ਮਨਸਬਦਾਰੀ ਸ਼ਬਦ ਜਿਹੜਾ ਵਾ ਇਹਦੀ ਕਲੈਰੀਫਿਕੇਸ਼ਨ ਹੋ ਗਈ। ਹੁਣ ਸਾਡੇ ਮਨ ਦੇ ਵਿੱਚ ਸਵਾਲ ਆਉਂਦਾ ਵਾ ਕਿ ਜਿਹੜੇ ਮਨਸਬਦਾਰ ਆ ਇਹਨਾਂ ਦਾ ਕੰਮ ਕੀ ਸੀ। ਅੱਗੇ ਆਪਾਂ ਮਨਸਬਦਾਰ ਜਿਹੜੇ ਸੀ ਇਹਨਾਂ ਦੇ ਕੰਮਾਂ ਦੇ ਬਾਰੇ ਪੜ੍ਹਦੇ ਆ। ਜਿਹੜੇ ਮਨਸਬਦਾਰਾਂ ਦੇ ਕੰਮ ਸੀ ਉਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਸਾਨੂੰ ਸਿੱਧੀਆਂ ਦੇ ਸਿੱਧੀਆਂ ਸਟੇਟਮੈਂਟਾਂ ਪੁੱਛੀਆਂ ਜਾਂਦੀਆਂ ਵਾ। ਕਹਿੰਦੇ ਵੀ ਘੋੜਿਆਂ ਨੂੰ ਦਾਗਦੇ ਸੀ ਤੇ ਸੈਨਿਕਾਂ ਦਾ ਪੰਜੀਕਰਨ ਕਰਦੇ ਸੀ। ਯਾਦ ਰੱਖਿਓ ਮਨਸਬਦਾਰਾਂ ਦਾ ਪਹਿਲਾ ਕੰਮ ਕੀ ਸੀ, ਘੋੜਿਆਂ ਨੂੰ ਦਾਗਦੇ ਸੀ ਤੇ ਸੈਨਿਕਾਂ ਦਾ ਪੰਜੀਕਰਨ ਕਰਦੇ ਸੀ। ਇਸੇ ਕੰਮ ਲਈ ਉਹਨਾਂ ਨੂੰ ਤਨਖਾਹ ਮਿਲਦੀ ਸੀ। ਕਿਹੜੇ ਕੰਮ ਦੀ? ਇਸੇ ਹੀ ਕੰਮ ਦੀ ਇਹਨਾਂ ਨੂੰ ਤਨਖਾਹ ਮਿਲਦੀ ਸੀ। ਫਿਰ ਕਹਿੰਦੇ ਮਨਸਬਦਾਰ ਆਪਣੀ ਤਨਖਾਹ ਭੂਮੀ ਤੋਂ ਇਕੱਤਰ ਕੀਤੇ ਕਰ ਤੋਂ ਪਾਉਂਦੇ ਸਨ ਜਿਸ ਨੂੰ ਜਗੀਰ ਕਹਿੰਦੇ ਸੀ। ਠੀਕ ਹੈ, ਸਮਝ ਆ ਗਈ ਨਾ ਜਗੀਰ ਸ਼ਬਦ ਦੀ। ਇੱਕ ਹੋ ਗਿਆ ਜਗੀਰ, ਇਹ ਸ਼ਬਦ ਕਿਹਦਾ ਵਾ? ਇਹ ਮੁਗਲ ਕਾਲ ਦਾ ਸ਼ਬਦ ਆ ਜਗੀਰ। ਤੇ ਇੱਕ ਆਪਾਂ ਪਹਿਲਾਂ ਮੈਂ ਤੁਹਾਨੂੰ ਕਰਵਾਇਆ ਸੀ ਇੱਕ ਤਾਂ ਇਹ ਕਿਹਦਾ ਵਾ? ਇਹ ਦਿੱਲੀ ਸਲਤਨਤ ਦਾ ਸ਼ਬਦ ਆ। ਇਹਨਾਂ ਦਾ ਮੀਨਿੰਗ ਸੇਮ ਹੀ ਆ। ਮੈਂ ਤੁਹਾਨੂੰ ਦੱਸਦੀ ਆ ਜਿਹੜੀ ਚੀਜ਼ ਨੂੰ ਦਿੱਲੀ ਸਲਤਨਤ ਦੇ ਵਿੱਚ ਇਕਤਾ ਕਿਹਾ ਜਾਂਦਾ ਸੀ ਉਸੇ ਚੀਜ਼ ਨੂੰ ਮੁਗਲ ਕਾਲ ਦੇ ਵਿੱਚ ਆ ਕੇ ਜਗੀਰ ਕਿਹਾ ਜਾਂਦਾ ਸੀ। ਕਿਵੇਂ? ਦੇਖੋ, ਕਹਿੰਦੇ ਮਨਸਬਦਾਰ ਆਪਣੀ ਤਨਖਾਹ ਯਾਨੀ ਕਿ ਭੂਮੀ ਤੇ ਜਿਹੜਾ ਟੈਕਸ ਲੱਗਦਾ ਸੀ ਉਹਦੇ ਤੋਂ ਇਹ ਆਪਣੀ ਉਹਦੇ ਤੋਂ ਜਿਹੜਾ ਕਰ ਜਿਹੜਾ ਮਿਲਦਾ ਸੀ ਉਹਦੇ ਤੋਂ ਇਹਨਾਂ ਦੀਆਂ ਤਨਖਾਹਾਂ ਪੂਰੀਆਂ ਹੁੰਦੀਆਂ ਸੀ। ਉਸੇ ਹੀ ਚੀਜ਼ ਨੂੰ ਜਗੀਰ ਕਹਿੰਦੇ ਸੀ ਤੇ ਦਿੱਲੀ ਸਲਤਨਤ ਦੇ ਵਿੱਚ ਉਸੇ ਚੀਜ਼ ਨੂੰ ਇਕਤਾ ਕਹਿੰਦੇ ਸੀ। ਪਰ ਫਰਕ ਕੀ? ਕਹਿੰਦੇ ਜੋ ਲਗਭਗ ਇਕਤਿਆਂ ਦੇ ਸਮਾਨ ਹੀ ਸੀ ਪਰ ਫਰਕ ਕੀ ਸੀ? ਪਰ ਇਹਨਾਂ ਮਨਸਬਾਂ ਨੂੰ ਸਿਰਫ ਜਗੀਰਾਂ ਤੋਂ ਇਕੱਤਰ ਕੀਤੇ ਕਰ ਦਾ ਹੀ ਅਧਿਕਾਰ ਸੀ। ਬਾਕੀ ਇਲਾਕਿਆਂ ਵਿੱਚ ਇਹ ਆਪਣੇ ਕੰਮ ਦੇ ਰੂਪ ਵਿੱਚ ਸੇਵਾ ਕਰਦੇ ਸੀ। ਫਰਕ ਕੀ ਸੀ? ਫਰਕ ਇਹ ਵੀ ਜਿਹੜੇ ਇਕਤਾਦਾਰ ਸੀ, ਮੈਂ ਤੁਹਾਨੂੰ ਦਿੱਲੀ ਸਲਤਨਤ ਦੇ ਵਿੱਚ ਪੜ੍ਹਾਇਆ ਸੀ
ਵੀ ਜਿਹੜੇ ਇਕਤਾਦਾਰ ਸੀ ਉਹ ਆਪਣੀ ਮਰਜ਼ੀ ਨਾਲ ਜਿਹੜਾ ਸੀ ਟੈਕਸ ਇਕੱਠਾ ਕਰੀ ਜਾਂਦੇ ਸੀ। ਉਹਨਾਂ ਕੋਲ ਹੋਰ ਕੋਈ ਕੰਮ ਹੀ ਨਹੀਂ ਸੀ, ਉਹਨਾਂ ਕੋਲ ਇੱਕੋ ਕੰਮ ਸੀ ਟੈਕਸ ਇਕੱਠਾ ਕਰਨਾ, ਠੀਕ ਆ। ਤੇ ਉਹਨਾਂ ਨੇ ਪੂਰੀ ਲੁੱਟ ਮਚਾਈ ਹੋਈ ਸੀ ਕਿਸਾਨਾਂ ਤੇ। ਪਰ ਇੱਥੇ ਜ਼ਗੀਰਾਂ ਦਾ ਫਰਕ ਕੀ ਸੀ, ਇਹ ਕੀ ਕਰਦੇ ਸੀ, ਇਹ ਤਾਂ ਮਤਲਬ ਭੂਮੀ ਤੋਂ ਟੈਕਸ ਤਾਂ ਇਹ ਇਕੱਠਾ ਕਰਦੇ ਹੀ ਕਰਦੇ ਸੀ, ਪਰ ਇਹਨਾਂ ਦਾ ਜਿਹੜਾ ਕੰਮ ਸੀ, ਜਿਹੜਾ ਮੁਗਲਾਂ ਨੇ ਇਹਨਾਂ ਨੂੰ ਕੰਮ ਸੌਂਪਿਆ ਸੀ ਆਪੋ ਆਪਣੇ ਇਲਾਕਿਆਂ ਦੇ ਵਿੱਚ, ਉਹ ਇਹ ਕੰਮ ਦੀ ਵੀ ਸੇਵਾ ਜਿਹੜੀ ਪੂਰੀ ਨਿਭਾਉਂਦੇ ਸੀ। ਜਾਣੀ ਕਿ ਆਪਾਂ ਕੀ ਚੀਜ਼ ਮੋਟੇ ਤੌਰ ਤੇ ਕਹਿ ਸਕਦੇ ਹਾਂ ਵੀ ਇਹ ਪੂਰੀ ਤਰ੍ਹਾਂ ਡਿਪੈਂਡ ਨਹੀਂ ਸੀ ਜ਼ਗੀਰਾਂ ਤੇ, ਠੀਕ ਆ। ਹੁਣ ਹੋਇਆ ਕੀ, ਇਹ ਸਿਸਟਮ ਇਹਨਾਂ ਦਾ ਬਹੁਤ ਸੋਹਣੇ ਤਰੀਕੇ ਦੇ ਨਾਲ ਚੱਲੀ ਗਿਆ, ਪਰ ਹੋਇਆ ਕਿ ਔਰੰਗਜ਼ੇਬ ਦੇ ਸ਼ਾਸਨ, ਮੈਂ ਤੁਹਾਨੂੰ ਦੱਸਿਆ ਵੀ ਔਰੰਗਜ਼ੇਬ ਜਿਹੜਾ ਸੀ ਬਹੁਤ ਹੀ ਕੱਟੜ ਸੀ, ਉਹਨੇ ਬਿਲਕੁਲ ਹੀ ਉਲਟ ਨੀਤੀਆਂ ਅਪਣਾਈਆਂ। ਉਹਦੇ ਸ਼ਾਸਨ ਕਾਲ ਦੇ ਵਿੱਚ ਜਾ ਕੇ ਜਿਹੜੇ ਮਨਸਬਦਾਰ ਸੀ ਉਹਨਾਂ ਦੀ ਗਿਣਤੀ ਵੱਧ ਗਈ। ਜਦੋਂ ਮਨਸਬਦਾਰਾਂ ਦੀ ਗਿਣਤੀ ਵੱਧ ਗਈ ਤੇ ਭੂਮੀ ਤੋਂ ਜਿਹੜਾ ਇਕੱਤਰ ਕੀਤਾ ਟੈਕਸ ਸੀ ਉਹ ਪੂਰਾ ਨਹੀਂ ਸੀ ਆ ਪਾਉਂਦਾ। ਜਾਣੀ ਕਿ ਮਨਸਬਦਾਰ ਜਿਹੜੇ ਸੀਗੇ ਉਹਨਾਂ ਨੂੰ ਤਨਖਾਹ ਲੈਣ ਲਈ ਬੜਾ ਲੰਮਾ ਸਮਾਂ ਵੇਟ ਕਰਨੀ ਪੈਂਦੀ ਸੀ, ਜਿਹਦਾ ਕਰਕੇ ਜਿਹੜਾ ਵਾ ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਲਟ ਪੁਲਟ ਹੋ ਗਿਆ ਤੇ ਕਿਸਾਨਾਂ ਦਾ ਵੀ ਬਹੁਤ ਮੰਦਾ ਹਾਲ ਹੋ ਗਿਆ। ਕਿਉਂਕਿ ਟੈਕਸ ਨਹੀਂ ਸੀ ਪੂਰਾ ਮਿਲਦਾ, ਪੂਰੀਆਂ ਸਹੂਲਤਾਂ ਨਹੀਂ ਸੀ ਮਿਲਦੀਆਂ। ਮਨਸਬਦਾਰਾਂ ਦੀ ਸੰਖਿਆ ਵੱਧ ਗਈ ਸੀ, ਜਦੋਂ ਸੰਖਿਆ ਵੱਧ ਗਈ ਤੇ ਔਰੰਗਜ਼ੇਬ ਨੇ ਟੈਕਸ ਵੀ ਜ਼ਿਆਦਾ ਲਾਤੇ, ਪਰ ਉਹਦੇ ਕੋਲ ਕੰਮ ਨਹੀਂ ਸੀ ਰੋਕਾਇਆ ਕਿਉਂਕਿ ਉਹਨੇ ਉਲਟ ਨੀਤੀਆਂ ਨੂੰ ਅਪਣਾਇਆ ਸੀ। ਮੈਂ ਇੱਕ ਵਾਰੀ ਪੜ੍ਹ ਕੇ ਤੁਹਾਨੂੰ ਸੁਣਾ ਦਿੰਨੀ ਆ ਤਾਂ ਕਿ ਤੁਹਾਨੂੰ ਕੋਈ ਭੁਲੇਖਾ ਨਾ ਰਵੇ। ਕਹਿੰਦੇ अकबर के शासनकाल में इन जगीरों का सावधानी पूर्वक आंकलन किया गया। यानी कि कहते अकबर के शासनकाल तक बहुत सोहना चली गया। फिर कहते ताकि इनका राजस्व मनसबदार के वेतन के तकरीबन बराबर रहे। औरंगजेब यानी कि मनसबदार की जिन्नी संख्या वा उन्ना की उन्होंने दी तनख्वाह सी, ठीक है। मनसब यानी ठीक है, मतलब कि बड़ियां बैलेंस ਦੀਆਂ ਚੀਜ਼ਾਂ ਚੱਲਦੀਆਂ ਪਈਆਂ ਸੀ अकबर के शासनकाल समय। फिर कहते औरंगजेब ने शासनकाल तक पहुंचते स्थिति बदल गई। अब प्राप्त राजस्व यानी कि टैक्स मनसबदार के वेतन यानी तनख्वाह से बहुत कम था। मनसबदारों की संख्या में भी अत्यधिक वृद्धि हुई, जिसके कारण उन्हें जगीर मिलने से पहले एक लंबा इंतजार करना पड़ता था। इन सभी कारणों से जगीरों की संख्या में कमी हो गई। फलस्वरूप कई जगीरदार जगीर रहने पर यह कोशिश करते थे कि वह जितना राजस्व वसूल कर सकें कर ले। भ्रिष्टाचारी हो गए क्योंकि उन्होंने तनख्वाह नहीं सी मिलती ਤੇ ਉਹ ਜ਼ਿਆਦਾ ਟੈਕਸ ਇਕੱਠਾ ਕਰਨ ਲੱਗ ਗਏ। ਜਦੋਂ ਜ਼ਿਆਦਾ ਟੈਕਸ ਇਕੱਠਾ ਕਰਨ ਲੱਗ ਗਏ ਤੇ ਕਿਸਾਨਾਂ ਦੀ ਹਾਲਤ ਜਿਹੜੀ ਸੀ ਮਾੜੀ ਹੋ ਗਈ, ਠੀਕ ਹੈ। ਸਮਝ ਲੱਗੀ ਨਾ ਇਸ ਚੀਜ਼ ਦੀ। ਫਿਰ ਇਹ ਕਹਿੰਦੇ ਆ अपने शासनकाल के अंतिम वर्ष में औरंगजेब इन परिवर्तनों पर नियंत्रण नहीं रख पाया। इस कारण किसानों को अत्यधिक मुसीबतों का सामना करना पड़ा। वेखो मैं तुहानूं दस्सिया सी ना भी मैं मुगलों की हिस्टरी नूं पसंद नहीं सी करदी। मैं शहीदी दिहाड़ां दे विच भी जिहड़ी मुगलों की हिस्टरी वो बंद कीती सी। हुण वेखो मैं एक चीज़ नोट कीती आ भी इन्हां ने दस्सिया भी हुमायूं किद्दां मरिया, बाबर किद्दां मरिया, जहांगीर किद्दां मरिया। ਇਹਨਾਂ ਨੇ औरंगजेब ਦੀ मौत ਬਾਰੇ ਕੁਝ ਨਹੀਂ ਦੱਸਿਆ ਵੀ ਉਹ ਕਿੱਦਾਂ ਮਰਿਆ। ਉਹਦੇ ਬਾਰੇ ਮੈਂ ਤੁਹਾਨੂੰ ਦੱਸੂਗੀ ਉਹਦੀ ਮੌਤ ਕਿੱਦਾਂ ਹੋਈ ਸੀ। ਸਭ ਤੋਂ ਪਹਿਲਾਂ ਉਹਦੇ ਹੰਕਾਰ ਦੀ ਮੌਤ ਹੋਈ ਸੀ। ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਜਫਰਨਾਮਾ ਪੜ੍ਹ ਕੇ ਸਭ ਤੋਂ ਪਹਿਲਾਂ ਔਰੰਗਜ਼ੇਬ ਦਾ ਹੰਕਾਰ ਮਰਿਆ ਸੀ। ਇਹ ਬਹੁਤ ਹੀ ਲੰਮਾ ਕਨਸੈਪਟ ਆ, ਬਹੁਤ ਇੰਟਰਸਟਿੰਗ ਆ, ਠੀਕ ਆ। ਇਹਦੇ ਬਾਰੇ ਆਪਾਂ ਗੱਲ ਕਰਾਂਗੇ ਬਾਅਦ ਚ। ਅਗਲਾ ਆਪਣਾ ਕਨਸੈਪਟ ਹੈਗਾ ਵਾ ਜ਼ਬਤ ਅਤੇ ਜ਼ਿਮੀਂਦਾਰ, ਠੀਕ ਹੈ। ਲਾਸਟ ਕਨਸੈਪਟ ਆ, ਇਹਦੇ ਬਾਰੇ ਆਪਾਂ ਗੱਲ ਕਰਦੇ ਆ। ਸਮਝੋ ਇਸ ਚੀਜ਼ ਨੂੰ ਵੀ ਜ਼ਬਤ ਕੀ ਆ। ਜ਼ਬਤ ਵੀ ਕੁਛ ਨਹੀਂ ਆ, ਠੀਕ ਹੈ। ਬਸ ਸ਼ਬਦਾਂ ਨੂੰ ਲਿਖਿਆ ਹੁੰਦਾ ਇਸ ਤਰੀਕੇ ਦੇ ਨਾਲ, ਠੀਕ ਹੈ। ਸਮਝੋ ਇਸ ਚੀਜ਼ ਨੂੰ। ਕਹਿੰਦੇ ਸਭ ਤੋਂ ਪਹਿਲਾਂ ਤਾਂ ਮੁਗਲਾਂ ਦੀ ਆਮਦਨੀ ਦਾ ਸਰੋਤ ਕੀ ਸੀ? ਕਿਸਾਨਾਂ ਤੇ ਜਿਹੜਾ ਕਰ ਲਾਉਂਦੇ ਸੀਗੇ ਉਹੀ ਇਹਨਾਂ ਦੀ ਇਨਕਮ ਦਾ ਸੋਰਸ ਸੀਗਾ ਮੇਨ। ਕਹਿੰਦੇ ਕਿਸਾਨਾਂ ਤੋਂ ਕਰ ਇਕੱਠਾ ਕਰਨ ਲਈ ਕੀ ਇਹਨਾਂ ਨੇ ਨਿਯੁਕਤ ਕੀਤੇ ਹੁੰਦੇ ਸੀ? ਉੱਥੋਂ ਦੇ ਕਿਸੇ ਗ੍ਰਾਮੀਣ ਮੁਖੀਆ, ਕੋਈ ਸਰਦਾਰ, ਤੇ ਜਿਹੜਾ ਕੋਈ ਸ਼ਕਤੀਸ਼ਾਲੀ ਸਰਦਾਰ ਹੁੰਦਾ ਸੀ ਉਹਨੂੰ ਕੀ ਕਿਹਾ ਜਾਂਦਾ ਸੀ? ਜ਼ਿਮੀਂਦਾਰ ਕਿਹਾ ਜਾਂਦਾ ਸੀ। ਹੁਣ ਇਹ ਤੇ ਜ਼ਿਮੀਂਦਾਰ ਸ਼ਬਦ ਹੋ ਗਿਆ, ਸਮਝ ਲਿਓ, ਠੀਕ ਹੈ। ਮੁਗਲਾਂ ਦੀ ਆਮਦਨੀ ਦਾ ਸਰੋਤ ਕੀ ਸੀ? ਕਿਸਾਨਾਂ ਤੇ ਲੱਗਣ ਵਾਲਾ ਕਰ ਇਕੱਠਾ ਕਰ ਲਈ ਇਹਨਾਂ ਨੇ ਕੀ ਨਿਯੁਕਤ ਕੀਤੇ ਹੁੰਦੇ ਸੀ? ਮੁਖੀਆ, ਉੱਥੋਂ ਦਾ ਹੀ ਕੋਈ ਸ਼ਕਤੀਸ਼ਾਲੀ, ਕੋਈ ਸਰਦਾਰ, ਕੋਈ ਮੁਖੀਆ। ਤੇ ਕਹਿੰਦੇ ਜਿਹੜਾ ਕੋਈ ਸ਼ਕਤੀਸ਼ਾਲੀ ਸਰਦਾਰ ਹੁੰਦਾ ਸੀ ਉਹਨੂੰ ਜ਼ਿਮੀਂਦਾਰ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਟੋਡਰ ਮੱਲ ਕਿਹਦੇ ਰਾਜਕਾਲ ਦੇ ਸਮੇਂ ਆ? ਅਕਬਰ ਦੇ, ਠੀਕ ਹੈ। ਕਹਿੰਦੇ ਜਿਹੜਾ ਟੋਡਰ ਮੱਲ ਸੀ 1570 ਤੋਂ ਲੈ ਕੇ, ਠੀਕ ਹੈ, ਆ ਕਿੰਨਾ ਲਿਖਤਾ 1570 ਤੋਂ ਲੈ ਕੇ
ਇੱਕ ਮਿੰਟ 1570 ਤੋਂ ਲੈ ਕੇ 1580 ਤੱਕ, ਠੀਕ ਹੈ, 1580 ਤੱਕ, ਯਾਨੀ ਕਿ ਟੋਟਲ 10 ਸਾਲ ਜਿਹੜਾ ਵਾ ਇਹ ਸਿਸਟਮ ਬਹੁਤ ਸੋਹਣਾ ਚਲਾਇਆ। ਕਿੰਨੇ? ਟੋਡਰਮੱਲ ਜੀ ਨੇ। ਕਹਿੰਦੇ ਪੈਦਾਵਾਰ ਦੇ ਆਧਾਰ ਤੇ ਕਰ ਨਿਸ਼ਚਿਤ ਕੀਤਾ ਜਾਂਦਾ। ਪੈਦਾਵਾਰ ਦੇ ਆਧਾਰ ਤੇ ਵੀ ਕਿਸਾਨ ਫਸਲ ਦੀ ਜਿੰਨੀ ਕੁ ਪੈਦਾਵਾਰ ਮਿਲੀ ਉਹਦੇ ਆਧਾਰ ਤੇ ਟੈਕਸ ਲਾਵਾਂਗੇ, ਨਿਸ਼ਚਿਤ ਕਰਤਾ। ਫਿਰ ਕਹਿੰਦੇ ਇਹਨਾਂ ਅੰਕੜਿਆਂ ਦੇ ਆਧਾਰ ਤੇ ਹੀ ਕਰ ਇਕੱਠਾ ਕੀਤਾ ਜਾਂਦਾ ਸੀ। ਅੰਕੜਿਆਂ ਦੇ ਆਧਾਰ ਤੇ ਉਹੀ ਚੀਜ਼ ਵੀ ਪਹਿਲਾਂ ਉਸ ਚੀਜ਼ ਦਾ ਪਤਾ ਕੀਤਾ ਜਾਂਦਾ ਸੀ ਵੀ ਉਸ ਤੋਂ ਕਿਸਾਨ ਨੂੰ ਉਸ ਫਸਲ ਤੋਂ ਪੈਦਾਵਾਰ ਕਿੰਨੀ ਕੁ ਹੋਈ ਆ। ਜੇ ਘੱਟ ਪੈਦਾਵਾਰ ਹੋਈ ਆ, ਘੱਟ ਟੈਕਸ ਲੱਗੂਗਾ। ਜੇ ਜ਼ਿਆਦਾ ਪੈਦਾਵਾਰ ਹੋਈ ਤੇ ਉਸ ਹਿਸਾਬ ਦੇ ਨਾਲ ਟੈਕਸ ਲੱਗੂਗਾ। ਫਿਰ ਕਹਿੰਦੇ ਪ੍ਰਾਂਤ ਨੂੰ ਮੰਡਲਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ। ਪ੍ਰਾਂਤ ਜਿਹੜੇ ਸੀ, ਅਲੱਗ-ਅਲੱਗ ਪ੍ਰਾਂਤ, ਉਹਨਾਂ ਨੂੰ ਮੰਡਲਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ। ਕਹਿੰਦੇ ਹਰ ਫਸਲ ਤੋਂ ਕਰ ਇਕੱਠਾ ਕਰਨ ਲਈ ਸੂਚੀ ਤਿਆਰ ਕੀਤੀ ਜਾਂਦੀ ਸੀ। ਯਾਨੀ ਕਿ ਕਿਸੇ ਵੀ ਫਸਲ ਤੋਂ ਕਰ ਇਕੱਠਾ ਕਰਨਾ ਵਾ, ਉਹਦੀ ਪਹਿਲਾਂ ਸੂਚੀ ਤਿਆਰ ਕੀਤੀ ਜਾਂਦੀ ਸੀ ਵੀ ਉਹਨੂੰ ਲਗਾਉਣ ਤੇ ਕਿੰਨਾ ਖਰਚਾ ਆਇਆ, ਉਹਦਾ ਜਿੰਨਾ ਵੀ ਕਿਸਾਨ ਦਾ ਖਰਚਾ ਆਇਆ ਉਹਦੀ ਸੂਚੀ ਤਿਆਰ ਕਰਨੀ, ਉਹਦੇ ਤੋਂ ਪੈਦਾਵਾਰ ਕਿੰਨੀ ਨਿਕਲੀ ਉਹਦੀ ਸੂਚੀ ਤਿਆਰ ਕਰਨੀ, ਤੇ ਉਸ ਆਧਾਰ ਤੇ ਕਰ ਇਕੱਠਾ ਕੀਤਾ ਜਾਂਦਾ ਸੀ। ਇਹੀ ਪ੍ਰਣਾਲੀ ਨੂੰ ਜ਼ਬਤ ਕਿਹਾ ਜਾਂਦਾ ਸੀ। ਜੇ ਪੁੱਛਿਆ ਜਾਵੇ ਵੀ ਜ਼ਬਤ ਕੀ ਆ, ਯਾਦ ਰੱਖਿਓ, ਹਰ ਫਸਲ ਤੇ ਕਰ ਇਕੱਠਾ ਕਰਨ ਦੀ ਸੂਚੀ ਤਿਆਰ ਕੀਤੀ ਜਾਂਦੀ ਸੀ, ਜਿਸ ਨੂੰ ਕੀ ਕਹਿੰਦੇ ਸੀ? ਜ਼ਬਤ ਕਹਿੰਦੇ ਸੀ। ਇਹ ਸੀ ਸਾਰਾ ਦਾ ਸਾਰਾ ਕੰਸੈਪਟ। ਸਾਰਾ ਹੀ ਬਹੁਤ ਇੰਪੋਰਟੈਂਟ ਆ। ਕੱਲਾ ਕੱਲਾ ਸ਼ਬਦ ਜਿਹੜਾ ਮੈਂ ਤੁਹਾਨੂੰ ਕਰਾਇਆ ਨਾ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਉਸ ਤੋਂ ਬਾਅਦ ਸਾਡੇ ਰਹਿ ਗਏ 2 ਸ਼ਬਦ। ਇੱਕ ਤੇ ਸੁਲਾ ਕੁੱਲ, ਜਿਹੜਾ ਬਹੁਤ ਹੀ ਇੰਪੋਰਟੈਂਟ ਆ, ਸੁਲਾ ਏ ਕੁੱਲ। ਤੇ ਦੂਜਾ ਸਾਡਾ ਹੈਗਾ ਵਾ ਜਿਹੜਾ ਅਕਬਰਨਾਮਾ ਹੁੰਦਾ ਵਾ। ਅਕਬਰਨਾਮਾ ਜਾਂ ਇਹਨੂੰ ਤੁਸੀਂ ਕਹਿ ਸਕਦੇ ਆ ਆਈਨੇ ਅਕਬਰੀ ਵੀ ਕਹਿ ਦਿੰਦੇ ਆ। ਇਹਦੇ ਬਾਰੇ ਆਪਾਂ ਅੱਜ ਤੱਕ ਨਾ ਤੁਹਾਨੂੰ ਅਕਬਰਨਾਮਾ ਤੇ ਆਈਨੇ ਅਕਬਰੀ ਦੋਨਾਂ ਸ਼ਬਦਾਂ ਦੇ ਵਿੱਚ ਤੁਸੀਂ ਕਨਫਿਊਜ਼ ਹੁੰਦੇ ਆ ਵੀ ਇਹ ਦੋਨੇ ਸ਼ਬਦ ਅਲੱਗ-ਅਲੱਗ ਨੇ ਜਾਂ ਸੇਮ ਹੀ ਨੇ। ਇਹਨਾਂ ਬਾਰੇ ਆਪਾਂ ਪੜ੍ਹਦੇ ਆ। ਅਕਬਰਨਾਮਾ ਜਾਂ ਆਇਨ-ਏ ਅਕਬਰੀ। ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਸਪੈਸ਼ਲੀ ਇਹ ਨਾ ਮੈਂ ਮਤਲਬ ਜਿਹੜੇ ਆਪਣੇ ਹੈਗੇ ਆ ਮੇਰੇ ਚੈਨਲ ਤੇ ਨਿਊ ਹੀ ਆਏ ਆ, ਮੈਨੂੰ ਇਹਨਾਂ ਦਾ ਨਾਮ ਭੁੱਲ ਗਈ, ਸ਼ਾਇਦ ਪਵਿੱਤਰ ਜੋਤ ਵੀਰਾ ਐਵੇਂ ਹਨਾ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਕਿ ਜੋ ਤੁਹਾਡੇ ਨਾਲ ਹੋਇਆ ਉਹੀ ਮੇਰੇ ਨਾਲ ਹੋਇਆ ਏਦਾਂ ਕਿ ਮੈਂ ਹੁਣ ਇੱਥੇ ਟੀਚਰ ਦਾ ਨਾਮ ਨਹੀਂ ਲਊਂਗੀ। ਮੈਂ ਖੁਦ ਵੀ ਜਿਵੇਂ ਦੱਸ ਦਿੰਦੀ ਕਿ ਮੈਂ ਖੁਦ ਵੀ ਸਟੂਡੈਂਟ ਰਹੀ ਹਾਂ। ਮੈਂ ਨਾ ਹਿਸਟਰੀ ਪੜ੍ਹਦੀ ਪਈ ਸੀ, ਆਨਲਾਈਨ ਕਲਾਸ ਚੱਲਦੀ ਪਈ ਸੀ ਕਿਸੇ ਟੀਚਰ ਦੀ, ਠੀਕ ਹੈ, ਤੇ ਮੈਡੀਵਲ ਹਿਸਟਰੀ ਚੱਲਦੀ ਪਈ ਸੀ। ਮੈਂ ਇੱਥੇ ਨਾਮ ਨਹੀਂ ਲਊਂਗੀ। ਉਹਨਾਂ ਨੇ ਆਇਨ-ਏ ਅਕਬਰੀ ਨੂੰ ਲਿਖਿਆ ਸੀ N-A ਅਕਬਰੀ, ਠੀਕ ਹੈ, N-A ਅਕਬਰੀ ਲਿਖਿਆ ਸੀ ਉਹਨਾਂ ਨੇ, ਤੇ ਪੰਜਾਬੀ ਦੇ ਵਿੱਚ ਉਹਨਾਂ ਨੇ ਲਿਖਤਾ ਸੀ ਇਸ ਤਰੀਕੇ ਦੇ ਨਾਲ N-A ਅਕਬਰੀ। ਜਦੋਂ ਮੈਂ ਦੇਖਿਆ ਤੇ ਮੈਂ ਕਿਹਾ ਵੀ ਸਾਰੇ ਗਲਤ ਆ, ਵੀ N-A ਅਕਬਰੀ ਨਹੀਂ ਆ, ਆਇਨ-ਏ ਅਕਬਰੀ ਆ। ਮਤਲਬ ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਨਹੀਂ ਕੀਤਾ। ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਵੀ ਰੇਸ ਕਰਕੇ ਜਾਂ ਮੈਂ ਆਇਨ-ਏ ਅਕਬਰੀ ਕਰ ਦਿੰਦਾ ਆ ਜਾਂ ਕਿਵੇਂ, ਹਨਾ, ਵੀ ਆਇਨ-ਏ ਅਕਬਰੀ ਹੀ ਆ, ਹਨਾ। ਇਹ ਅਸਲੀ ਟੀਚਰ ਉਹ ਹੁੰਦਾ ਵਾ ਜੋ ਆਪਣੀ ਗਲਤੀ ਨੂੰ ਐਕਸੈਪਟ ਕਰੇ। ਹੁਣ ਜਿੱਦਾਂ ਤੁਸੀਂ ਆ, ਕੋਈ ਵੀ ਪੁਆਇੰਟ ਤੇ ਤੁਹਾਨੂੰ ਲੱਗੇ ਕਿ ਮੈਂ ਗਲਤ ਆ, ਹਨਾ, ਤੇ ਤੁਸੀਂ ਕਹੋ ਵੀ ਹਾਂ ਤੁਸੀਂ ਦੀਦੀ ਇੱਥੇ ਤੁਸੀਂ ਗਲਤ ਦੱਸਿਆ, ਹਨਾ, ਮੈਂ ਉਸ ਚੀਜ਼ ਨੂੰ ਐਕਸੈਪਟ ਕਰੂੰਗੀ ਵੀ ਹਾਂ ਜਾਂ ਸੌਰੀ ਜਾਂ ਮੇਰੇ ਕੋਲ ਗਲਤ ਦੱਸਿਆ ਗਿਆ ਜਾਂ ਕੁਛ ਵੀ ਆ। ਮੈਂ ਕਹਿੰਦੀ ਨਹੀਂ ਆ ਕਿ ਤੁਸੀਂ ਸਗੋਂ ਮੈਨੂੰ ਦੱਸਿਆ ਕਰੋ ਜਿੱਥੇ ਮੈਂ ਗਲਤ ਆ, ਹਨਾ। ਪਰ ਉਹਨਾਂ ਨੇ ਉਲਟਾ ਇਸ ਚੀਜ਼ ਨੂੰ ਐਕਸੈਪਟ ਕਰਨ ਦੀ ਬਜਾਏ ਮੈਨੂੰ ਕਹਿੰਦੇ N-A ਅਕਬਰੀ ਹੀ ਆ, ਤੁਸੀਂ ਤਾਂ ਇੱਥੇ ਮਿਸਟੇਕ ਕੱਢਣ ਆਉਂਦੇ ਆ, ਤੁਸੀਂ ਤਾਂ ਇਹ ਆ, ਤੁਸੀਂ ਇਹ ਆ ਵੋ ਆ, ਬਹੁਤ ਕੁਛ ਕਿਹਾ ਉਹਨਾਂ ਨੇ, ਬਹੁਤ ਕੁਝ ਸੁਣਾਇਆ। ਮੈਨੂੰ ਬਹੁਤ ਬੁਰਾ ਲੱਗਿਆ ਉਸ ਟਾਈਮ ਤੇ ਮੈਂ ਆਪਣੇ ਮਨ ਦੇ ਵਿੱਚ ਡਿਸੀਜ਼ਨ ਲਿਆ ਵੀ ਇਤਿਹਾਸ ਉਹੀ ਆ, ਸਾਡੇ ਕੋਲ ਵੀ ਪਿਆ ਰਿਟਨ ਫਾਰਮ ਦੇ ਵਿੱਚ, ਅਸੀਂ ਖੁਦ ਕਿਉਂ ਨਹੀਂ ਇੰਨੇ ਜੋਗੇ ਹੋ ਸਕਦੇ। ਮੈਨੂੰ ਇੰਨਾ ਕੁ ਤਰਸ ਆਇਆ ਵੀ ਇੰਨੇ ਬੱਚੇ ਜਿਹੜੇ ਆ ਉਹਨਾਂ ਕੋਲੋਂ ਪੜ੍ਹ ਰਹੇ ਆ, ਇਹ ਕਿੰਨਾ ਵੱਡਾ ਲੋਸ ਆ ਬੱਚਿਆਂ ਦਾ, ਹਨਾ। ਮਤਲਬ ਮੈਂ ਬੜਾ ਫੀਲ ਕੀਤਾ ਉਸ ਚੀਜ਼ ਨੂੰ, ਠੀਕ ਆ। ਚਲੋ ਆਪਾਂ ਜ਼ਿਆਦਾ ਗੱਲ ਨਹੀਂ ਕਰਦੇ ਉਹਦੇ ਬਾਰੇ। ਅਕਬਰਨਾਮਾ ਜਿਹੜਾ ਵਾ ਇਹਨੂੰ ਮੈਂ ਬਹੁਤ ਹੀ ਡਿਟੇਲ ਦੇ ਵਿੱਚ ਦੱਸੂਗੀ। ਅਕਬਰ ਦਾ ਇੱਕ ਬਹੁਤ ਹੀ ਕਰੀਬੀ ਮਿੱਤਰ ਸੀ ਜਿਹਦਾ ਨਾਮ ਕੀ ਸੀ? ਅਬੁਲ ਫਜ਼ਲ। ਇਹ ਅਬੁਲ ਫਜ਼ਲ ਨੂੰ ਕਹਿੰਦਾ ਵੀ ਤੂੰ ਨਾ ਆਪਣੇ ਸ਼ਾਸਨ ਕਾਲ ਦਾ ਇਤਿਹਾਸ ਲਿਖ। ਅਬੁਲ ਫਜ਼ਲ ਤੇ ਬੜਾ ਪਿਆਰਾ ਮਿੱਤਰ ਸੀ, ਹਨਾ। ਇਹਨੇ ਮੰਨ ਲਈ, ਲਿਖਣ ਲੱਗ ਗਿਆ। ਜਦੋਂ ਲਿਖਣ ਲੱਗ ਗਿਆ ਤੇ ਜਿਹੜਾ ਇਹਨੇ ਸਾਰਾ ਅਕਬਰ ਦੇ ਸ਼ਾਸਨ ਕਾਲ ਦਾ ਇਤਿਹਾਸ ਲਿਖਿਆ ਉਹਨੂੰ ਕੀ ਕਿਹਾ ਗਿਆ? ਅਕਬਰਨਾਮਾ ਕਿਹਾ ਗਿਆ।
ਇਹ ਅਕਬਰਨਾਮਾ 3 ਜਿਲਦਾਂ ਦੇ ਵਿੱਚ ਲਿਖਿਆ ਗਿਆ। 3 ਜਿਲਦਾਂ ਦੇ ਵਿੱਚ ਲਿਖਿਆ ਗਿਆ। ਜਦੋਂ 3 ਜਿਲਦਾਂ ਦੇ ਵਿੱਚ ਲਿਖਿਆ ਗਿਆ, ਜਿਹੜੀ ਇਹਦੀ ਪਹਿਲੀ ਜਿਲਦ ਆ ਉਹਦੇ ਵਿੱਚ ਅਕਬਰ ਦੇ ਪੂਰਵਜਾਂ ਬਾਰੇ ਲਿਖਿਆ ਵਾ। ਯਾਨੀ ਕਿ ਜਿਹੜੀ ਅਕਬਰਨਾਮਾ ਦੀ ਪਹਿਲੀ ਜਿਲਦ ਆ ਉਹਦੇ ਵਿੱਚ ਸਾਨੂੰ ਅਕਬਰ ਦੇ ਪੂਰਵਜਾਂ ਬਾਰੇ ਜਾਣਕਾਰੀ ਮਿਲਦੀ ਆ। ਠੀਕ ਆ। ਉਸ ਤੋਂ ਬਾਅਦ ਜਿਹੜੀ ਦੂਜੀ ਜਿਲਦ ਆ, ਦੂਜੀ ਜਿਲਦ ਦੇ ਵਿੱਚ ਇਹਦੇ ਸ਼ਾਸਨ ਕਾਲ ਦੀਆਂ ਘਟਨਾਵਾਂ ਮਿਲਦੀਆਂ। ਕਿਹਦੇ ਸ਼ਾਸਨ ਕਾਲ ਦੀਆਂ? ਅਕਬਰ ਦੇ ਸ਼ਾਸਨ ਕਾਲ ਦੀਆਂ ਘਟਨਾਵਾਂ। ਠੀਕ ਆ। ਅਕਬਰ ਦੇ ਸ਼ਾਸਨ ਕਾਲ ਦੀਆਂ ਘਟਨਾਵਾਂ ਮਿਲਦੀਆਂ। ਜਿਹੜੀ ਤੀਜੀ ਜਿਲਦ ਆ ਉਹ ਅਕਬਰ ਦੇ ਪ੍ਰਸ਼ਾਸਨ ਦੇ ਜਿੰਨੇ ਉਹ ਟੈਕਸ ਕਿੱਦਾਂ ਸੀ, ਉਹਨਾਂ ਦਾ ਕੋਈ ਵੀ ਉਹਨਾਂ ਦੇ ਵਿਭਾਗਾਂ ਬਾਰੇ ਜਾਣਕਾਰੀ, ਯਾਨੀ ਕਿ ਪੂਰੀ ਦੀ ਪੂਰੀ ਉਹਦੇ ਪ੍ਰਸ਼ਾਸਨ ਬਾਰੇ ਜਾਣਕਾਰੀ ਜਿਹੜੀ ਮਿਲਦੀ ਆ ਉਹ ਸਾਨੂੰ ਤੀਜੀ ਜਿਲਦ ਦੇ ਵਿੱਚ ਮਿਲਦੀ ਆ। ਤੇ ਫਿਰ ਜਿਹੜੀ ਆਈਨ ਏ ਅਕਬਰੀ ਆ ਉਹ ਕੋਈ ਵੱਖਰੀ ਚੀਜ਼ ਨਹੀਂ ਆ, ਉਹ ਅਕਬਰਨਾਮਾ ਦਾ ਹੀ ਤੀਜਾ ਪਾਰਟ ਆ। ਠੀਕ ਆ। ਅਕਬਰਨਾਮਾ ਦਾ ਹੀ ਤੀਜਾ ਪਾਰਟ ਆ ਆਈਨ ਏ ਅਕਬਰੀ। ਠੀਕ ਆ। ਕਿਹਦਾ ਤੀਜਾ ਪਾਰਟ? ਅਕਬਰਨਾਮਾ ਦਾ, ਜਿਹਦੇ ਵਿੱਚ ਅਕਬਰ ਦੇ ਸ਼ਾਸਨ ਕਾਲ ਸੰਬੰਧੀ ਪ੍ਰਸ਼ਾਸਨ ਬਾਰੇ ਜਾਣਕਾਰੀ ਮਿਲਦੀ ਆ। ਇਹ ਸੀ ਸਾਰਾ ਦਾ ਸਾਰਾ ਸਾਡਾ ਅਕਬਰਨਾਮਾ। ਉਸ ਤੋਂ ਬਾਅਦ ਜਾਣਕਾਰੀ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਆ, ਤੁਹਾਨੂੰ ਪੜ੍ਹ ਕੇ ਸੁਣਾ ਦਿੰਨੀ ਆ। ਠੀਕ ਆ। ਯਾਦ ਰੱਖਿਓ, ਕਹਿੰਦੇ ਤਾਂ कि अपना टाइम जी थोड़ी बचत हो जाएगी। ठीक है। मेरू उर निसा, ठीक है, 1611 में जहांगीर से विवाह किया और उसे नूरजहां का खिताब मिला। यानी कि जहांगीर दी जिहड़ी पत्नी नूरजहां, नूरजहां दा उहनूं खिताब मिलिया सी, पर उहदा असली नाम मेहरू उन निसा सी। ये तुसीं याद रखियो। ठीक है। 1611 दे विच उहदा विवाह हुंदा जहांगीर दे नाल। नूरजहां हमेशा जहांगीर के प्रति अत्यधिक वफादार रही और उसको समय समय पर सहयोग देती रही। ठीक है। उहदे काम दे प्रति। नूरजहां के सम्मान में जहांगीर ने चांदी के सिक्के जारी किए। ਪੁੱਛਿਆ ਜਾ ਸਕਦਾ ਵਾ ਕਿ ਜਿਹੜਾ ਸੀਗਾ ਨੂਰਜਹਾਂ ਦੇ ਮਤਲਬ ਕਿ ਕੀ ਕੀਤਾ ਨੇ, ਜਹਾਂਗੀਰ ਨੇ ਉਹਦੇ ਸਨਮਾਨ ਦੇ ਵਿੱਚ, ਯਾਨੀ ਕਿ ਉਹਦੇ ਆਦਰ ਮਾਣ ਲਈ ਨੂਰਜਹਾਂ ਲਈ ਇਹਨੇ ਜਹਾਂਗੀਰ ਨੇ ਸਿੱਕੇ ਜਾਰੀ ਕੀਤੇ। ਕਿਹੜੇ ਸਿੱਕੇ? ਚਾਂਦੀ ਦੇ ਸਿੱਕੇ ਜਾਰੀ ਕੀਤੇ। ठीक है। चांदी ਦੇ ਸਿੱਕੇ ਜਾਰੀ ਕੀਤੇ। ठीक है। फिर ये कहते जिनमें एक और स्वयं के खिताब उत्कीर्ण थे और दूसरी ओर वह वाक रानी बेगम नूरजहां के नाम से गड़ा हुआ। यानी कि आ सिक्का वा, ਆ ਜਿਹੜਾ ਸਿੱਕਾ ਵਾ, ਸਿੱਕੇ ਦਾ ਇੱਕ ਪਾਸੇ ਇਹਨੇ ਆਪਦੇ ਬਾਰੇ ਜਾਣਕਾਰੀ ਦੱਸੀ ਤੇ ਸਿੱਕੇ ਦਾ ਜਿਹੜਾ ਦੂਜਾ ਬੰਨਾ ਸੀ ਉਹਦੇ ਬੰਨੇ ਇਹਨੇ ਕੀ ਲਿਖਿਆ? ਰਾਣੀ ਬੇਗਮ ਨੂਰਜਹਾਂ। ਪੁੱਛਿਆ ਜਾ ਸਕਦਾ ਕਿ ਸਿੱਕੇ ਦੇ ਦੂਜੇ ਬੰਨੇ ਉਹਨੇ ਕੀ ਲਿਖਾਇਆ ਸੀ? ਰਾਣੀ ਬੇਗਮ ਨੂਰਜਹਾਂ। ਠੀਕ ਹੈ। ਰਾਣੀ ਇਸ ਤਰੀਕੇ ਦੇ ਨਾਲ। ਠੀਕ ਹੈ। ਰਾਣੀ ਬੇਗਮ। ठीक है। बेगम नूरजहां याद रख लो, तुहानू याद रहूगा। ठीक है। फिर ये कहते बाएं और दिया गया दस्तावेज नूरजहां द्वारा जारी किया गया आदेश फरमान है। इन्हां फोटो दी है, मैं टैलीग्राम ते सेंड कर दूंगी। नूरजहां द्वारा जिहड़े जारी किए गए फरमान ही ओदी इन्हां ने फोटो दी है। ठीक है। उस तो बाद कहंदे आ बस ये फरमान ही आ। फिर ये कहंदे आ कि नूरजहां बादशाह इस युग की सर्वोत्तम महिला बने। यानी कि ਜਿਹੜੇ ਫਰਮਾਨ ਆ, ਇੱਕ ਫਰਮਾਨ ਤੇ ਨੂਰਜਹਾਂ ਵੱਲੋਂ ਦਿੱਤਾ ਗਿਆ, ਇੱਕ ਜਹਾਂਗੀਰ ਵੱਲੋਂ ਫਰਮਾਨ ਦਿੱਤਾ ਗਿਆ। ਜਿਹੜਾ ਜਹਾਂਗੀਰ ਵੱਲੋਂ ਫਰਮਾਨ ਦਿੱਤਾ ਗਿਆ ਉਹਦੇ ਬਾਰੇ ਪੁੱਛਿਆ ਜਾ ਸਕਦਾ। ਜਹਾਂਗੀਰ ਨੇ ਜਿਹੜਾ ਫਰਮਾਨ ਜਾਰੀ ਕੀਤਾ ਉਹਨੇ ਕਿਹਾ ਸੀ ਵੀ ਮੈਂ ਕਾਮਨਾ ਕਰਦਾ ਵਾਂ ਕਿ ਜਿਹੜੀ ਨੂਰਜਹਾਂ ਵਾ ਸਰਵੋਤਮ ਮਹਿਲਾ ਬਣੇ, ਇਸ ਯੁੱਗ ਦੀ ਸਰਵੋਤਮ ਮਹਿਲਾ ਬਣੇ। ਫਰਮਾਨ ਦੇ ਵਿੱਚ ਕਿਹਾ ਸੀ ਜਹਾਂਗੀਰ ਨੇ। ਉਸ ਤੋਂ ਬਾਅਦ ਆਉਂਦੀ ਹੈ ਸਾਡੀ ਸੁਲ੍ਹਾ ਏ ਕੁੱਲ। ਠੀਕ ਆ। ਸੁਲ੍ਹਾ ਏ ਕੁੱਲ ਕੀ ਆ? ਕੁਛ ਵੀ ਨਹੀਂ ਆ। ਸੁਲ੍ਹਾ ਏ ਕੁੱਲ ਇੱਕ ਐਦਾਂ ਦੀ ਕਹਿ ਲਓ ਕੋਈ ਧਰਮਸ਼ਾਲਾ ਬਣਾਈ ਸੀ ਇਹਨੇ। ਕਿੰਨੇ? ਅਕਬਰ ਨੇ ਕੋਈ ਧਰਮਸ਼ਾਲਾ ਬਣਾਈ ਸੁਲ੍ਹਾ ਏ ਕੁੱਲ, ਜਿਹਦੇ ਵਿੱਚ ਚਾਹੇ ਕੋਈ ਸ਼ੀਆ ਮੁਸਲਮਾਨ ਆ ਜਾਂ ਕੋਈ ਕੱਟੜ ਮੁਸਲਮਾਨ ਆ, ਉਹ ਇਕੱਠੇ ਬੈਠ ਕੇ ਉੱਥੇ ਨਮਾਜ਼ ਪੜ੍ਹਦੇ ਸੀ, ਧਰਮ ਸੰਬੰਧੀ ਉੱਥੇ ਕੋਈ ਸਲਾਹ ਮਸ਼ਵਰਾ ਕਰਦੇ ਸੀ। ਉਹ ਕੀ ਸੀ? ਸੁਲ੍ਹਾ ਏ ਕੁੱਲ ਸੀ। ਠੀਕ ਹੈ। ਤੇ ਇਸੇ ਚੀਜ਼ ਨੂੰ ਅਪਣਾਇਆ, ਇਸ ਸੁਲ੍ਹਾ ਏ ਕੁੱਲ ਦੀ ਨੀਤੀ ਨੂੰ ਅਪਣਾਇਆ ਕਿੰਨੇ? ਅਕਬਰ ਤੋਂ ਬਾਅਦ ਜਹਾਂਗੀਰ ਨੇ। ਠੀਕ ਆ। ਸੁਲ੍ਹਾ ਏ ਕੁੱਲ ਨੂੰ ਜਿਹੜਾ ਸੀ ਅਪਣਾਇਆ ਸੀ। ਮੈਂ ਟੈਲੀਗ੍ਰਾਮ ਤੇ ਭੇਜ ਦੂੰਗੀ ਸੀ। ਸੁਲ੍ਹਾ ਏ ਕੁੱਲ ਬਾਰੇ ਜਹਾਂਗੀਰ ਨੇ ਕੁਝ ਸ਼ਬਦ ਲਿਖੇ ਆ। ठीक है। कहता कि ईश्वरीय अनुकंपा के विस्तृत आंचल में सभी वर्गों और सभी धर्मों के अनुयायियों की एक जगह है, इसलिए उसके विशाल समाज में जिसकी चारों ओर की सीमाएं केवल समुद्र से ही निर्धारित होती, समृद्ध से ही निर्धारित होती है, तो विरोधी धर्मों के अनुयायियों और तरह तरह के अच्छे बुरे विचारों के लिए जगह थी। यहाँ अशहूनता का मार्ग बंद था। यानी कि छुआछूत का मार्ग बंद सी।
यानी कि कोई भी आके उत्थे पूजा आराधना कर सकदा सी सुलाए कुल दे विच। कहंदे फिर कहंदे यहाँ सुन्नी और शिया सारे मुसलमान एक ही मस्जिद विच इकट्ठे हुंदे सी। कहंदे और ईसाई और यहूदी एक ही गिरजे में प्रार्थना करदे। कहंदे चाहे वो ईसाई है, चाहे वो यहूदी आ, चाहे वो सिया मुसलमान आ, चाहे वो सुन्नी मुसलमान आ, सारे इकट्ठे बैठ के ਜਿਹੜੇ ਸੀ पूजा आराधना करते सी। ठीक है, सावरिक शांति सुलाए कुल के सिद्धांत का पालन किया। ते ਇਹ शब्द ਇਹ ਲਾਈਨਾਂ ਕਿੰਨੇ ਕਹੀਆਂ ਵਾ, ਜਹਾਂਗੀਰ ਨੇ ਕਹੀਆਂ ਵਾ ਸੁਲਾਏ ਕੁਲ ਬਾਰੇ, ਕਿਉਂਕਿ ਉਹਨੇ ਇਸ ਨੀਤੀ ਨੂੰ ਅਪਣਾਇਆ ਸੀ। ਉਸ ਤੋਂ ਬਾਅਦ ਗੱਲ ਆਉਂਦੀ ਆ ਕਿ ਜਿਹੜਾ ਆਪਣਾ ਹੈਗਾ ਵਾ ਮੁਗਲ ਕਾਲ, ਇਹਦਾ ਅੰਤ ਕਿੱਦਾਂ ਹੋਇਆ, ਕਿਉਂਕਿ ਸਾਡਾ ਚੈਪਟਰ ਹੋ ਗਿਆ ਸਮਾਪਤ ਤੇ ਇਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ, ਪੜ੍ਹ ਕੇ ਸੁਣਾਉਂਗੇ ਕਿ ਮੁਗਲਾਂ ਦਾ ਜਿਹੜਾ अंत हो किद्दां होया। कहते मुगलों के कुलीन वर्ग के हाथों में बहुत धन और संसाधन थे, जिनके कारण 17वीं सदी के अंतिम वर्ष में वे अत्यधिक शक्तिशाली हो गए। जैसे जैसे मुगल सम्राट की सत्ता पतन की ओर बढ़ती गई, वैसे जैसे विभिन्न क्षेत्रों में सम्राट के सेवक स्वयं ही सत्ता के शक्तिशाली केंद्र बनने लगे। इनमें से कुछ नए वंश स्थापित किए और हैदराबाद एवं अवध जैसे प्रांतों में अपना नियंत्रण जमाया। यदि वह दिल्ली के मुगल सम्राट को स्वामी के रूप में मान्यता देते रहे, तथापि 18वीं शताब्दी तक समाज में कई प्रांत अपनी स्वतंत्र राजनीतिक पहचान बना चुके थे। यानी कि इन्हां विचों कुछ औरंगजेब दीयां नीतियां करके होया भी औरंगजेब ने जिहड़ा मनसबदारां दी कह लो भी संख्या वधाती। ठीक है, उन्हां नूं तनखावां देणियां औखियां हो गईयां। उस तो बाद कह लो भी मतलब जिहड़ा मैं तुहानूं दस्सिया जगीरदारी ते जब्त प्रथा कुछ हद तक तां जिहड़े इन्हां दे दिल्ली दे नेड़े दे इलाके उत्थे तां वधिया चलदी रही। जिहड़े दूर दे इलाके बंगाल हो गया बिहार हो गया, उत्थे नियंत्रण नहीं रख सके ते राजे उठ के ते ओह सत्ता दे विच आ गए ते हौली हौली की हो गया, ਜਿਹੜਾ ਮੁਗਲ ਵੰਸ਼ ਹੀ ਉਹਦੀ ਸਮਾਪਤੀ ਹੋ ਗਈ, ਉਹਦਾ ਪਤਨ ਹੋ ਗਿਆ। ਇਹ ਸੀ ਸਾਡਾ ਸਾਰਾ ਦਾ ਸਾਰਾ ਮੁਗਲ ਕਾਲ। ਹੋਪ ਸੋ ਮੇਰੀ ਇਹ ਬਹੁਤ ਮਿਹਨਤ ਆ ਸੱਚੀ, ਬਾਏ ਗੋਡ ਤੁਸੀਂ ਮਤਲਬ ਕਿ ਐਪਰੀਸ਼ੀਏਟ ਕਰਿਆ ਕਰੋ। ਸਾਰੀ NCERT ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਕਰਾ ਰਹੀ ਹਾਂ। ਠੀਕ ਆ, ਤੇ ਐਦਾਂ ਦੀ ਡਾਟਾ ਬਿਲਕੁਲ ਰੈਲੇਬਲ ਆ। ਠੀਕ ਆ, ਤੇ ਮਤਲਬ ਅਥੈਂਟਿਕ ਆ ਬਿਲਕੁਲ। ਠੀਕ ਆ, ਇਹਦੇ ਵਿੱਚ ਕੋਈ ਵੀ कह लो भी दोहराई नहीं हैगी भी मैं पता नहीं कित्थों करा रही हाँ, ते प्रूफ तुहाडे सामने आ। ठीक है, बिल्कुल अथेंटिक डाटा वा। ठीक है, ते रिलाएबल आ बिल्कुल। ते तुसी इस चीज़ नूं समझण दी थोड़ी कोशिश करो भी मेहनत आ, है ना। ते क्लास नूं जरूर शेयर करदा करो ते सोहणे सोहणे कमेंट करके दस्सिओ तुहानूं ये क्लास किवें दी लगी। मिलदे आं आपां अगली क्लास दे विच ते आपां 4 चैप्टर कर चुके हां कवर। एक क्लास च एक चैप्टर आपां कवर करना ही करना। आपां एक चैप्टर नूं 2 पार्ट दे विच नहीं करना। मेरी यही कोशिश है, इसे करके क्लास थोड़ी लंबी चल जाती है तां कि अपने टोटल चैप्टर हैगे 8 ते 8 दिनां दे विच आपां 7वीं क्लास दी हिस्ट्री जिहड़ी आ खत्म कर सकीए। ते मिलदे आपां अगली क्लास दे विच। सत श्री अकाल सारिआं नूं।